Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਵੀਕਲੀ ਇਮੀਗ੍ਰੇਸ਼ਨ ਅਪਡੇਟਸ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ ਤੇ ਜਿਹੜੀਆਂ ਵੀ ਕੋਈ ਨਵੀਆਂ ਘਟਨਾਵਾਂ ਹੁੰਦੀਆਂ ਜਾਂ ਨਵੀਆਂ ਖਬਰਾਂ ਹੁੰਦੀਆਂ ਉਹਨਾਂ ਤੇ ਵਿਚਾਰ ਕਰਦੇ ਹਾਂ। ਉਹਦੇ ਨਾਲ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਬਹੁਤ ਹੰਗਾਰਾ ਦਿੰਦੇ ਹੋ ਤੇ ਆਪਣੇ ਤੁਸੀਂ ਮੈਨੂੰ ਸਵਾਲ ਲਿਖ ਕੇ ਭੇਜ ਦਿਓ ਇਹਨਾਂ ਥੱਲੇ। ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿੰਨੇ ਵੀ ਮੈਂ ਉਹਨਾਂ ਚੋਂ ਵੱਧ ਤੋਂ ਵੱਧ ਜਵਾਬ ਦੇ ਸਕਾਂ ਤੇ ਉਹਦੇ ਨਾਲ ਇਹ ਹੁੰਦਾ ਕਿ ਹੋਰਾਂ ਲੋਕਾਂ ਨੂੰ ਵੀ ਜਾਣਕਾਰੀ ਮਿਲਦੀ ਆ। ਸੋ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੇ ਇੱਕ ਜਿਹੜੇ ਤੁਹਾਡੇ ਸਵਾਲ ਹੁੰਦੇ ਨੇ, ਜਿਹੜੀ ਲੇਟੈਸਟ ਵੀਡੀਓ ਹੁੰਦੀ ਉਹ ਥੱਲੇ ਲਿਖ ਕੇ ਭੇਜਿਆ ਕਰੋ, ਕਿਉਂਕਿ ਕਈ ਜਿਹੜੇ ਨੇ ਮੈਂ ਦੇਖਿਆ ਪੁਰਾਣੀਆਂ ਵੀਡੀਓ ਤੇ ਵੀ ਲਿਖ ਦਿੰਦੇ ਨੇ। ਉਹ ਅਸੀਂ ਲੇਟੈਸਟ ਜਿਹੜੀ ਵੀਡੀਓ, ਜਿਵੇਂ ਹੁਣ ਅੱਜ ਵਾਲੀ ਵੀਡੀਓ ਅਸੀਂ ਪਾਉਣੀ ਆ, ਇਹਦੇ ਥੱਲੇ ਜਿਹੜੇ ਸਵਾਲ ਲਿਖ ਕੇ ਤੁਸੀਂ ਭੇਜੋਗੇ ਉਹ ਆਪਾਂ ਅਗਲੀ ਵਾਰੀ ਉਹਦੇ ਜਵਾਬ ਦੇਵਾਂਗੇ। ਤੇ ਹੁਣ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇੰਪੋਰਟੈਂਟ ਇਸ ਵੀਕ ਦੀਆਂ ਖਬਰਾਂ ਉਹਨਾਂ ਬਾਰੇ। ਸਾਰਿਆਂ ਤੋਂ ਪਹਿਲਾਂ ਤਾਂ US ਸੁਪਰੀਮ ਕੋਰਟ ਦਾ ਫੈਸਲਾ ਆਇਆ ਤੇ ਉਹਨਾਂ ਨੇ ਜਿਹੜਾ ਰਿਮੇਨ ਇਨ ਮੈਕਸੀਕੋ ਪਾਲਿਸੀ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਦੀ, ਉਹਦੇ ਤੇ ਮੋਹਰ ਲਾ ਦਿੱਤੀ ਆ ਵੀ ਉਹ ਠੀਕ ਆ ਤੇ ਹੁਣ ਸਰਕਾਰ ਨੂੰ ਉਹ ਦੁਬਾਰਾ ਇਨਫੋਰਸ ਕਰਨੀ ਪਏਗੀ। ਇਹ ਜਿਹੜੀ ਪਾਲਿਸੀ ਆ, ਇਹ ਜਿਹੜੀ ਪੁਰਾਣੀ ਐਡਮਿਨਿਸਟ੍ਰੇਸ਼ਨ ਆ ਉਹਨੇ ਸ਼ੁਰੂ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੰਦੇ ਆਉਂਦੇ ਆ ਖਾਸ ਕਰਕੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਜਾਂ ਬਾਹਰੋਂ ਆਉਂਦੇ, ਉਹ ਮੈਕਸੀਕੋ 'ਚ ਹੀ ਰਹਿ ਕੇ ਆਪਣੇ ਕੇਸ ਲੜਨ ਤੇ ਉੱਥੋਂ ਉਹਨਾਂ ਦੀ ਜਿਹੜੀ ਹੈਗੀ ਟੈਲੀ ਵੀਡੀਓ ਰਾਹੀਂ ਜਿਹੜੀਆਂ ਹੈਗੀਆਂ ਹੀਅਰਿੰਗਸ ਹੁੰਦੀਆਂ ਸੀਗੀਆਂ ਤੇ ਉਹਦਾ ਰਿਜ਼ਲਟ ਇਹ ਸੀ ਕਿ ਤਕਰੀਬਨ 90% ਕੇਸ ਜਿਹੜੇ ਫੇਲ ਹੋਏ, ਲੋਕੀ ਉੱਥੋਂ ਡਿਪੋਰਟ ਹੋਏ, ਕਈ ਖੱਜਲ ਖੁਆਰ ਹੋਏ ਉੱਥੇ ਬਹੁਤ। ਤੇ ਉਹ ਪਾਲਿਸੀ ਜਿਹੜੀ ਉਹਦਾ ਕਾਫੀ ਕ੍ਰਿਟਿਸਿਜ਼ਮ ਵੀ ਹੋਇਆ ਤੇ ਇਹਨਾਂ ਨੇ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਉਹ ਪਾਲਿਸੀ ਜਿਹੜੀ ਸੀਗੀ ਉਹ ਆ ਕੇ ਤੇ ਉਹਨੂੰ ਚੇਂਜ ਕਰਤੀ ਤੇ ਜਿਹੜੀਆਂ MPP ਅਗਰੀਮੈਂਟਸ ਸਾਈਨ ਕੀਤੀਆਂ ਸੀ 3 ਮੁਲਕਾਂ ਦੇ ਨਾਲ, ਜਿਨ੍ਹਾਂ ਵਿੱਚ ਇੱਕ ਹੈਗੀ ਹੈ ਗੁਆਟੇਮਾਲਾ, ਐਲ ਸੈਲਵਾਡੋਰ, ਹੰਡੋਰਸ, ਉਹ ਸਾਰੀਆਂ ਕੈਂਸਲ ਕਰਤੀਆਂ ਸੀ। ਤੇ ਇਹ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਇਹ ਵੀ ਕੈਂਸਲ ਕਰਤੀ ਸੀ ਤੇ ਕਿਹਾ ਸੀ ਕਿ ਇੱਥੇ ਆ ਕੇ ਬੰਦੇ ਆਪਣਾ ਅਮਰੀਕਾ ਦੇ ਵਿੱਚ ਕੇਸ ਲੜ ਸਕਦੇ ਆ ਜਿਨ੍ਹਾਂ ਦੇ ਅਸਾਈਲਮ ਵਗੈਰਾ ਦੇ ਕੇਸ ਆ। ਇਹਦੇ ਖਿਲਾਫ ਕੋਰਟ ਵਿੱਚ ਕੇਸ ਕੀਤਾ ਗਿਆ, ਡਿਸਟ੍ਰਿਕਟ ਕੋਰਟ ਵਿੱਚ, ਜਿਹੜਾ ਕਿ 2 ਸਟੇਟਾਂ ਵੱਲੋਂ ਕੀਤਾ ਗਿਆ, ਟੈਕਸਸ ਤੇ ਮਜ਼ੂਰੀ। ਤੇ ਉਹਦੇ ਵਿੱਚ ਜਿਹੜਾ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਉਹਨਾਂ ਨੇ ਇਹ ਆਰਡਰ ਕੀਤਾ ਕਿ ਇਹ ਪਾਲਿਸੀ ਬਿਲਕੁਲ ਠੀਕ ਆ, ਇਹ ਸਰਕਾਰ ਨੂੰ ਦੁਬਾਰਾ ਰੀਇਨਸਟੇਟ ਕਰਨੀ ਚਾਹੀਦੀ ਆ, ਕਿਉਂਕਿ ਇਹਨਾਂ ਸਟੇਟਾਂ ਨੇ ਕਿਹਾ ਕਿ ਇਹਦੇ ਨਾਲ ਸਾਡੀਆਂ ਸਟੇਟਾਂ ਦੇ ਵਿੱਚ, ਸਾਡੀਆਂ ਬਾਰਡਰ ਸਟੇਟਾਂ ਨੇ ਤੇ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਇੱਥੇ ਆ ਜਾਣਗੇ ਤੇ ਉਹਨਾਂ ਦੇ ਆਉਣ ਦੇ ਨਾਲ ਸਾਡੇ ਜਿਹੜੇ ਹਾਲਾਤ ਇੱਥੇ ਖਰਾਬ ਹੁੰਦੇ ਆ। ਤੇ ਇਸ ਤੋਂ ਬਾਅਦ ਜਿਹੜੀ ਸਰਕਾਰ ਹੈਗੀ ਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਪੀਲ ਕੀਤੀ ਸਰਕਟ ਕੋਰਟ 'ਚ, ਉਹਨੇ ਵੀ ਡਿਸਟ੍ਰਿਕਟ ਜੱਜ ਦੇ ਹੱਕ 'ਚ ਫੈਸਲਾ ਕੀਤਾ ਇਹਨਾਂ ਦੇ ਖਿਲਾਫ। ਫਿਰ ਇਹ ਗਏ ਸੁਪਰੀਮ ਕੋਰਟ 'ਚ ਤੇ ਸੁਪਰੀਮ ਕੋਰਟ ਨੇ ਹੁਣ ਇਹ ਕਿਹਾ ਕਿ ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਰਨਾ ਤੇ ਜਿਹੜੀਆਂ ਫੈਸਲਾ ਥਲੜੀ ਕੋਰਟ ਦਾ ਠੀਕ ਹੈ। ਸੋ ਇਹ ਰੂਲਿੰਗ ਜਿਹੜੀ ਆ ਇਹ ਵਿਕਟਰੀ ਹੈਗੀ ਆ ਟੈਕਸਸ ਤੇ ਮਜ਼ੂਰੀ ਦੀ ਤੇ ਜਿਹੜਾ ਫੈਡਰਲ ਜੱਜ ਸੀ ਟੈਕਸਸ ਦਾ ਉਹਨਾਂ ਦੀ। ਤੇ ਇਹਨਾਂ ਨੇ ਇਹ ਕਿਹਾ ਵੀ ਜਿਹੜੀ ਇਹ ਪਾਲਿਸੀ ਪਿਛਲੀ ਸਰਕਾਰ ਨੇ ਇੰਸਟੀਟਿਊਟ ਕੀਤੀ ਸੀ ਜਨਵਰੀ 2019 'ਚ, ਉਹ ਦੁਬਾਰਾ ਰੀਇਨਸਟੇਟ ਕਰੋ ਤੇ ਇਹ ਮੇਕ ਸ਼ੋਰ ਕਰੋ ਵੀ ਜਿਹੜੇ ਉੱਧਰੋਂ ਬੰਦੇ ਆਉਂਦੇ ਆ ਉਹ ਮੈਕਸੀਕੋ ਦੇ ਵਿੱਚ ਰਹਿ ਕੇ ਹੀ ਆਪਣਾ ਕੇਸ ਲੜ ਸਕਣ। ਤੇ ਲੇਕਿਨ ਜਿਹੜੇ ਇਹਦੇ ਕ੍ਰਿਟਿਕਸ ਨੇ ਪਾਲਿਸੀ ਦੇ, ਉਹ ਕਹਿੰਦੇ ਨੇ ਵੀ ਉੱਥੇ ਉਹਨਾਂ ਨੂੰ ਕਾਫੀ ਖਤਰਾ, ਕਿਉਂਕਿ ਉੱਥੋਂ ਦੇ ਹਾਲਾਤ ਜਿਹੜੇ ਮੈਕਸੀਕੋ ਦੇ ਅਮਰੀਕਾ ਵਰਗੇ ਨਹੀਂ ਹੈਗੇ। ਉੱਥੇ ਕਾਫੀ ਗੈਂਗ ਨੇ, ਡਰੱਗਸ ਹੈ, ਵਾਇਲੈਂਸ ਹੈ, ਲੋਕਾਂ ਨਾਲ ਕੁੱਟਮਾਰ ਹੁੰਦੀ ਆ ਤੇ ਕਈਆਂ ਨੂੰ ਜਾਨ ਵੀ ਆਪਣੀ ਗਵਾਉਣੀ ਪੈਂਦੀ ਆ। ਸੋ ਉਹਨਾਂ ਵਾਸਤੇ ਕਾਫੀ ਰਿਸਕ ਆ ਜਿਹੜੇ ਬੰਦੇ ਆਉਂਦੇ ਆ। ਪਰ ਹੁਣ ਜਿਹੜੀ ਸਰਕਾਰ ਆ ਉਹਨੂੰ ਇੰਪਲੀਮੈਂਟ ਕਰਨੀ ਪਏਗੀ ਤੇ ਇਹਨਾਂ ਨੂੰ ਜਿਹੜੀ ਮੈਕਸੀਕੋ ਆ ਉਹਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਦੁਬਾਰਾ ਉਹ ਸਿਸਟਮ ਜਿਹੜਾ ਉਹ ਸ਼ੁਰੂ ਕਰਨਾ ਪਏਗਾ। ਦੂਸਰੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਆ ਕਿ ਜਿਹੜਾ ਆਈਸ ਨੇ ਨੂੰ ਹਦਾਇਤਾਂ ਜਾਰੀ ਕੀਤੀਆਂ ਸੀ ਸਰਕਾਰ ਨੇ ਕਿ ਤੁਸੀਂ ਕਿਹੜੇ ਬੰਦਿਆਂ ਨੂੰ ਫੜਨਾ, ਕਿਹਨੂੰ ਨਹੀਂ ਫੜਨਾ, ਉਹਨਾਂ 'ਤੇ ਵੀ ਇੱਕ ਜੱਜ ਸਾਹਿਬ ਨੇ ਜਿਹੜੀ ਆ ਉਹ ਸਟੇ ਲਾ ਦਿੱਤੀ ਆ। ਤੇ ਇਹ ਜਿਹੜੀਆਂ ਇਨਫੋਰਸਮੈਂਟ ਪਾਲਿਸੀ ਸੀਗੀਆਂ ਆਈਸ ਦੀਆਂ, ਇਹਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਬੰਦੇ 2020 ਨਵੰਬਰ ਤੋਂ ਪਹਿਲਾਂ ਦੇ ਆਏ ਆ, ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਤੇ ਉਹ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਖਿਲਾਫ ਨਹੀਂ ਹੈਗੇ, ਵੀ ਉਹਨਾਂ ਬੰਦਿਆਂ ਨੂੰ ਇੱਥੋਂ ਜਿਹੜਾ ਅਮਰੀਕਾ ਦੇ ਵਿੱਚੋਂ ਡਿਪੋਰਟ ਨਹੀਂ ਕੀਤਾ ਜਾਏਗਾ। ਉਹਦੇ ਨਾਲ ਨਾਲ ਇਹਨਾਂ ਨੇ ਪਿੱਛੇ ਜੇ ਇੱਕ ਹੋਰ ਜਿਹੜੀ ਪਾਲਿਸੀ ਜਿਹੜਾ ਹੈਗਾ ਉਹ ਮੈਮੋਰੈਂਡਮ ਜਾਰੀ ਕੀਤਾ ਸੀ ਵੀ ਜਿਹੜੇ ਲੋਕਾਂ ਦੀ ਓਲਡ ਏਜ ਹੈਗੀ ਆ ਜਾਂ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਨੇ, ਜਿਹੜੇ ਬੱਚੇ ਛੋਟੇ ਨੇ, ਉਹਨਾਂ ਨੂੰ ਵੀ ਡਿਪੋਰਟ ਨਹੀਂ ਕੀਤਾ ਜਾਏਗਾ। ਪਰ ਇਹਦੇ ਖਿਲਾਫ ਵੀ ਟੈਕਸਸ ਤੇ ਲੂਜ਼ੀਆਨਾ ਜਿਹੜੀ ਸਟੇਟਾਂ ਨੇ ਉਹਨਾਂ ਨੇ ਕੇਸ ਕੀਤਾ ਡਿਸਟ੍ਰਿਕਟ ਕੋਰਟ ਦੇ ਵਿੱਚ
ਤੇ ਉਹਦੇ 'ਚ ਜੱਜ ਜਿਹੜੇ ਹੈਗੇ ਟਿਪਟਨ ਉਹਨਾਂ ਨੇ 160 ਪੇਜ ਦੀ ਜਿਹੜੀ ਰੂਲਿੰਗ ਉਹ ਕੀਤੀ ਆ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆਈਸ ਹੈ ਉਹਨੂੰ ਜਿਹੜੀ ਸਰਕਾਰ ਹੈਗੀ ਆ ਉਹ ਕਟੇਲ ਨਹੀਂ ਕਰ ਸਕਦੀ ਤੇ ਉਹਨੂੰ ਇਹ ਨਹੀਂ ਕਹਿ ਸਕਦੀ ਵੀ ਕਿਹਨੂੰ ਛੱਡਣਾ ਕਿਹਨੂੰ ਫੜਨਾ। ਕਿਉਂਕਿ ਜਿਹੜਾ ਇਮੀਗ੍ਰੇਸ਼ਨ ਦਾ ਕਾਨੂੰਨ ਆ ਉਹ ਇਸ ਗੱਲ ਦੇ ਵਿੱਚ ਕੋਈ ਫਰਕ ਨਹੀਂ ਕਰਦਾ ਕਿ ਜੇ ਕੋਈ ਬੰਦਾ ਓਲਡ ਹੈ ਜਾਂ ਕੋਈ ਪੁਰਾਣਾ ਆਇਆ ਜਾਂ ਕਿਸੇ ਤੇ ਕੋਈ ਉਹਦੇ ਛੋਟੇ ਬੱਚੇ ਨੇ ਵੀ ਉਹਨੂੰ ਡਿਪੋਰਟ ਨਾ ਕਰੋ। ਜੇ ਉਹਦੇ ਖਿਲਾਫ ਡੈਪੋਟੇਸ਼ਨ ਲੱਗੀ ਆ ਤਾਂ ਲਾ ਇਹ ਕਹਿੰਦਾ ਵੀ ਉਹਨੂੰ ਡਿਪੋਰਟ ਕਰਨਾ ਚਾਹੀਦਾ। ਸੋ ਇਸ ਕਰਕੇ ਕੋਈ ਕਾਨੂੰਨ ਦੇ ਵਿੱਚ ਇਹੋ ਜਿਹੀ ਕੋਈ ਜਿਹੜੀ ਹੈਗੀ ਆ ਉਹ ਰੁਕਾਵਟ ਨਹੀਂ ਹੈ ਡੈਪੋਟੇਸ਼ਨ ਦੀ ਜਾਂ ਕ੍ਰਾਈਟੇਰੀਆ ਨਹੀਂ ਹੈਗਾ। ਤੇ ਉਹਦੇ ਵਿੱਚ ਤਾਂ ਇੱਕੋ ਹੀ ਆ ਵੀ ਜੇ ਕਿਸੇ ਦੇ ਡੈਪੋਟੇਸ਼ਨ ਲੱਗੀ ਆ ਉਹਨੂੰ ਸਰਕਾਰ ਡਿਪੋਰਟ ਕਰ ਸਕਦੀ ਆ ਤੇ ਅੱਗੋਂ ਸਰਕਾਰ ਜਿਹੜੀ ਆ ਉਹ ਅੱਡ-ਅੱਡ ਕੈਟੇਗਰੀਆਂ ਨਹੀਂ ਬਣਾ ਸਕਦੀ ਤੇ ਉਹਨਾਂ ਨੇ ਇਹ ਬਲੌਕ ਕਰ ਦਿੱਤੀ ਆ। ਤੇ ਹੁਣ ਇਸ ਤੋਂ ਬਾਅਦ ਦੇਖਦੇ ਆ ਕਿ ਇਹਦੀ ਜਿਹੜੀ ਹੈਗੀ ਬਾਈਡਨ ਸਰਕਾਰ ਅਪੀਲ ਕਰਦੀ ਆ ਜਾਂ ਅਪੀਲ 'ਚ ਕੀ ਹੁੰਦਾ। ਵੈਸੇ ਜਿਹੜੀ ਹਿਸਟਰੀ ਆ ਉਹ ਦੱਸਦੀ ਆ ਵੀ ਸਰਕਾਰਾਂ ਹਮੇਸ਼ਾ ਹੀ ਆਪਣੀ ਪਾਲਿਸੀ ਬਣਾਉਂਦੀਆਂ ਨੇ। ਜਿਹੜੀ ਪਹਿਲਾਂ ਓਬਾਮਾ ਐਡਮਿਨਿਸਟ੍ਰੇਸ਼ਨ ਸੀ ਉਹਦੀ ਵੀ ਇਹੀ ਪਾਲਿਸੀ ਸੀਗੀ ਕਿ ਜਿਹੜੇ ਬੰਦੇ ਕ੍ਰਿਮੀਨਲ ਨਹੀਂ ਹੈਗੇ, ਜਿਨ੍ਹਾਂ ਨੇ ਕ੍ਰਾਈਮ ਨਹੀਂ ਕੀਤੇ ਜਾਂ ਓਲਡ ਨੇ, ਉਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜੀ ਅਗਲੀ ਸਰਕਾਰ ਆਈ ਉਹਨਾਂ ਨੇ ਨੀਤੀ ਇਹ ਬਣਾਤੀ ਵੀ ਜਿਹੜਾ ਵੀ ਲੱਭਦਾ ਉਹਨੂੰ ਡਿਪੋਰਟ ਕਰੋ। ਪਰ ਹੁਣੇ ਗੌਰਮੈਂਟ ਨੇ ਫੇਰ ਉਹੀ ਜਿਹੜੀ ਨੀਤੀ ਸੀ ਓਬਾਮੇ ਵਾਲੀ ਉਹਨੂੰ ਇੰਪਲੀਮੈਂਟ ਕੀਤਾ। ਸਰਕਾਰ ਦਾ ਇਹ ਮੰਨਣਾ ਕਿ ਇਹਨਾਂ ਕੋਲ ਨਾ ਤਾਂ ਇੰਨੇ ਅਫਸਰ ਨੇ ਨਾ ਇੰਨੀਆਂ ਜੇਲ੍ਹਾਂ ਹੀ ਨੇ ਕਿ ਇਹ ਇਸ ਪਾਲਿਸੀ ਨੂੰ ਜਿਹੜਾ ਹੈਗਾ ਉਹ ਇਨਫੋਰਸ ਕਰ ਸਕਣ। ਹੁਣ ਪਿੱਛੇ ਜਿਹੜੀ ਇਲੀਨੋਏ ਸਟੇਟ ਆ ਜਿਹਦੇ ਵਿੱਚ ਕਿ ਸ਼ਿਕਾਗੋ ਪੈਂਦਾ, ਵੱਡਾ ਸ਼ਹਿਰ ਅਮਰੀਕਾ ਦਾ, ਉਹਨਾਂ ਦੀ ਜਿਹੜੀ ਅਸੈਂਬਲੀ ਨੇ ਇੱਕ ਲਾਅ ਪਾਸ ਕੀਤਾ ਜਿਹੜਾ ਉੱਥੋਂ ਦੇ ਗਵਰਨਰ ਨੇ ਵੀ ਸਾਈਨ ਕਰਤਾ, ਕਾਨੂੰਨ ਬਣ ਗਿਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਸਟੇਟ ਦੀਆਂ ਜੇਲ੍ਹਾਂ ਨੇ ਇਹਨੂੰ ਇਮੀਗ੍ਰੇਸ਼ਨ ਪਰਪਸ ਲਈ ਆਈਸ ਜਿਹੜੀ ਆ ਉਹ ਬੰਦੇ ਰੱਖਣ ਲਈ ਯੂਜ਼ ਨਹੀਂ ਕਰ ਸਕਦੀ। ਸੋ ਜੇ ਸਟੇਟਾਂ ਜਿਹੜੀਆਂ ਨੇ ਉਹ ਕੋਆਪਰੇਟ ਹੀ ਨਹੀਂ ਕਰਨਗੀਆਂ ਆਈਸ ਨਾਲ ਤੇ ਉਹ ਬੰਦੇ ਰੱਖਣੇ ਕਿੱਥੇ ਨੇ? ਕਿਉਂਕਿ ਜਿਹੜੇ ਡੈਪੋਟੇਸ਼ਨ ਲੱਗੀ ਹੈ, ਡੈਪੋਟੇਸ਼ਨ ਤਾਂ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਲੱਗੀ ਹੈ, ਲੱਖਾਂ ਹੀ ਲੋਕ ਹੋਣਗੇ ਜਿਨ੍ਹਾਂ ਦੇ ਲੱਗੀ ਹੋਊਗੀ ਡੈਪੋਟੇਸ਼ਨ ਮਤਲਬ ਅਮਰੀਕਾ ਦੇ ਵਿੱਚ। ਪਰ ਜੇ ਉਹ ਕੁਝ ਕਹਿੰਦੇ ਨਹੀਂ ਕਿਸੇ ਨੂੰ, ਉਹ ਇੱਥੇ ਰਹਿ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਜੇ ਫੜ ਕੇ ਡਿਪੋਰਟ ਕਰਨਾ, ਕਈ ਤਾਂ ਬੰਦੇ 20-20 25-25 ਸਾਲ ਦੇ ਇੱਥੇ ਰਹਿ ਰਹੇ ਆ, ਕਈ ਓਲਡ ਨੇ, ਕਈ ਬਿਮਾਰ ਨੇ, ਕਈਆਂ ਦੇ ਬੱਚੇ ਇੱਥੇ ਜਿਹੜੇ ਸੀ ਉਹ ਅਮਰੀਕਨ ਸਿਟੀਜ਼ਨ ਹੋਏ ਤਾਂ ਉਹ ਵੀ ਵੱਡੇ ਹੋ ਗਏ। ਉਹੋ ਜਿਹੇ ਬੰਦਿਆਂ ਨੂੰ ਤੁਸੀਂ ਜੇ ਡਿਪੋਰਟ ਕਰਨਾ ਤਾਂ ਉਹ ਸਰਕਾਰ ਕਹਿ ਰਹੀ ਹੈ ਕਿ ਉਹ ਮਤਲਬ ਸਾਡੇ ਵੱਸ ਦਾ ਰੋਗ ਨਹੀਂ, ਕਿਉਂਕਿ ਨਾ ਹੀ ਇਹਨੇ ਏਜੰਟ ਨੇ ਜਿਹੜੇ ਫੜ ਸਕਣ, ਨਾ ਹੀ ਜੇਲ੍ਹਾਂ ਨੇ। ਸੋ ਅਸੀਂ ਸਿਰਫ ਜਿਹੜੇ ਬੰਦੇ ਅਮਰੀਕਾ ਨੂੰ ਖਤਰਾ ਨੇ ਉਹਨਾਂ ਨੂੰ ਕਰਾਂਗੇ। ਇਹ ਸਰਕਾਰ ਦਾ ਸਟੈਂਡ ਆ। ਤੇ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਫਿਊਚਰ ਦੇ ਵਿੱਚ ਇਹ ਜਿਹੜੀ ਰੂਲਿੰਗ ਹੈ ਇਹਦੀ ਅਪੀਲ ਹੋਏਗੀ, ਅਪੀਲ ਦੇ ਵਿੱਚ ਕੀ ਬਣਦਾ। ਇਸ ਤੋਂ ਇਲਾਵਾ ਜਿਹੜੀ ਤੀਜੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਦੌਰਾਨ ਕਾਫੀ ਲੋਕਾਂ ਦੀਆਂ ਅਸਾਈਲਮ ਐਪਲੀਕੇਸ਼ਨਾਂ ਰਿਜੈਕਟ ਕਰ ਦਿੱਤੀਆਂ ਕਿ ਫਾਰਮ ਪ੍ਰੋਪਰਲੀ ਨਹੀਂ ਸੀ ਭਰਿਆ। ਜਿਵੇਂ ਫਾਰਮ ਦੇ ਵਿੱਚ ਖਾਨਾ ਹੁੰਦਾ ਕਿ ਤੁਹਾਡੇ ਭਰਾ ਭੈਣ ਕਿੰਨੇ ਆ, ਉਹ ਜੇ ਤੁਸੀਂ ਭਰਾ ਭੈਣ ਦਾ ਨਾਂ ਲਿਖਤਾ ਜਾਂ ਨਹੀਂ ਹੈਗੇ, ਜਿਹੜੇ ਬਾਕੀ ਖਾਨੇ ਖਾਲੀ ਛੱਡਤੇ ਉੱਥੇ ਐਨਏ ਨਹੀਂ ਟਿਕ ਕੀਤਾ ਤਾਂ ਰਿਜੈਕਟ ਕਰਦੇ ਸੀ। ਛੋਟੀਆਂ ਗੱਲਾਂ ਤੇ ਰਿਜੈਕਟ ਕਰਦੇ ਸੀ। ਉਹ ਜਾਣ ਕੇ ਕੀਤਾ ਜਾਂਦਾ ਸੀ ਵੀ ਤਾਂ ਕਿ ਲੋਕਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਜ਼ਿਆਦਾ ਨਾ ਲਈਆਂ ਜਾਣ। ਤੇ ਅੰਕੜੇ ਨੇ ਵੀ 60,000 ਪੋਲੀਟੀਕਲ ਅਸਾਈਲਮ ਦੀਆਂ ਐਪਲੀਕੇਸ਼ਨਾਂ ਪਿਛਲੀ ਸਰਕਾਰ ਦੌਰਾਨ ਰਿਜੈਕਟ ਹੋਈਆਂ, ਇਹਨਾਂ ਗੱਲਾਂ ਕਰਕੇ ਵੀ ਫਾਰਮ ਠੀਕ ਨਹੀਂ ਭਰਿਆ ਜਾਂ ਆਹ ਖਾਨਾ ਠੀਕ ਨਹੀਂ ਜਾਂ ਆਹ ਕਾਲਮ ਠੀਕ ਨਹੀਂ, ਇਸ ਤਰ੍ਹਾਂ। ਤੇ ਨਾਰਥ ਵੈਸਟ ਇਮੀਗ੍ਰੈਂਟਸ ਰਾਈਟਸ ਪ੍ਰੋਜੈਕਟ ਨੇ ਨਵੰਬਰ 2020 ਦੇ ਵਿੱਚ ਕੇਸ ਕੀਤਾ ਸਰਕਾਰ ਦੇ ਖਿਲਾਫ ਕਿ ਇਹ ਧੱਕਾ ਆ, ਕਿਉਂਕਿ ਜਿਹੜੇ ਬੰਦੇ ਅਸਾਈਲਮ ਐਪਲੀਕੇਸ਼ਨਾਂ ਭਰਦੇ ਨੇ, ਜਿਹੜੇ ਤਾਂ ਵਕੀਲਾਂ ਤੋਂ ਭਰਾਉਂਦੇ ਆ ਉਹਨਾਂ ਨੂੰ ਤਾਂ ਪਤਾ ਹੁੰਦਾ, ਪਰ ਜਿਹੜੇ ਆਪ ਭਰਦੇ ਆ ਜਾਂ ਕਈ ਅਫੋਰਡ ਨਹੀਂ ਕਰ ਸਕਦੇ ਵਕੀਲ ਨੂੰ, ਜਾਂ ਕਈਆਂ ਦੀ ਉੱਦਾਂ ਹੀ ਕੋਈ ਹੈਲਪ ਕਰਦਾ ਜਿਹਨੂੰ ਅੰਗਰੇਜ਼ੀ ਆਉਂਦੀ ਆ ਭਰਨ ਲਈ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਵੀ ਟੈਕਨੀਕੈਲਿਟੀਜ਼ ਕੀ ਨੇ ਤੇ ਉਹਨਾਂ ਤੋਂ ਗਲਤੀਆਂ ਰਹਿ ਜਾਂਦੀਆਂ ਤੇ ਉਹ ਸਾਰੇ ਰਿਜੈਕਟ ਹੋ ਗਏ। ਨੁਕਸਾਨ ਇਹ ਹੋਇਆ ਕਿ ਕਈਆਂ ਸਾਲ ਤੋਂ ਓਵਰ ਹੋ ਗਿਆ। ਕੋਈ ਅਸਾਈਲਮ ਵਿਦਨ 1 ਈਅਰ ਕਰਨਾ ਹੁੰਦਾ ਤੇ ਉਹ ਸਾਲ ਟੱਪ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੇਸ ਹੀ ਨਹੀਂ ਲੱਗਿਆ। ਤੇ ਉਹ ਜਿਹੜੇ ਨੇ ਉਹ ਹੁਣ ਇੱਕ ਸੈਟਲਮੈਂਟ ਅਪਰੂਵ ਹੋਈ ਆ, ਕੋਰਟ ਨੇ ਅਪਰੂਵ ਕਰਤੀ ਆ ਕਿ ਜੁਲਾਈ 2021 ਚ ਫੈਡਰਲ ਜੱਜ ਨੇ ਅਪਰੂਵ ਕਰਤੀ ਸੈਟਲਮੈਂਟ। ਉਹਨੇ ਕਿਹਾ ਕਿ ਜਿਹੜੀ USCIS ਆ ਇਹ ਜਿਹੜੀਆਂ ਰਿਜੈਕਟਡ ਐਪਲੀਕੇਸ਼ਨਾਂ ਨੇ ਉਹਨਾਂ ਨੂੰ ਦੁਬਾਰਾ ਐਕਸੈਪਟ ਕਰੂਗੀ ਜੁਲਾਈ 2022 ਤੱਕ। ਸੋ ਇਹ ਬਹੁਤ ਇੰਪੋਰਟੈਂਟ ਜਿਹੜੀ ਖਬਰ ਆ। ਸੋ ਜਿਨ੍ਹਾਂ ਦੇ ਕੇਸ ਰਿਜੈਕਟ ਹੋ ਗਏ ਸੀ ਪਿਛਲੇ ਸਾਲ, ਇਹ ਲਿਖ ਕੇ ਕਿ ਉਹਨਾਂ ਦੀ ਫਾਰਮ ਪ੍ਰੋਪਰ ਨਹੀਂ ਭਰਿਆ ਗਿਆ ਜਾਂ ਉਹ 'ਚ ਖਾਨਾ ਸਹੀ ਨਹੀਂ ਹੈਗਾ ਜਾਂ ਉਹਦੇ ਵਿੱਚ ਕੋਈ ਕਮੀ ਰਹਿ ਗਈ, ਉਹ ਹੁਣ ਇਹ ਸੈਟਲਮੈਂਟ ਦੇ ਅੰਡਰ ਦੁਬਾਰਾ ਅਪਲਾਈ ਕਰ ਸਕਦੇ ਨੇ ਕੇਸ ਜੁਲਾਈ 2022 ਤੱਕ। 1 ਸਾਲ ਦਾ ਟਾਈਮ ਆ ਉਹਨਾਂ ਕੋਲੇ, ਉਹ ਦੁਬਾਰਾ ਕਰ ਸਕਦੇ ਆ। ਉਹਨਾਂ ਨੂੰ ਪ੍ਰੂਫ ਲਾਉਣਾ ਪਊਗਾ ਕਿ ਪਹਿਲਾਂ ਰਿਜੈਕਟ ਹੋ ਗਿਆ, ਕਿਉਂਕਿ ਜਦੋਂ ਰਿਜੈਕਟ ਕਰਦੀ ਆ ਤਾਂ ਇਮੀਗ੍ਰੇਸ਼ਨ ਉਹ ਫਾਈਲ ਵਾਪਸ ਭੇਜ ਦਿੰਦੀ ਸੀ ਮਹੀਨੇ 2 ਮਹੀਨੇ ਬਾਅਦ, ਜਾਂ ਉਹਨਾਂ ਦਾ ਉਹ ਜਿਹੜਾ ਹੈਗਾ ਇੱਕ ਨਾਲ ਲੈਟਰ ਆ ਜਾਂਦਾ ਸੀ ਕਿ ਆਹ ਠੀਕ ਨਹੀਂ ਉਹ ਠੀਕ ਨਹੀਂ। ਉਹ ਜਿਹੜਾ ਪ੍ਰੂਫ ਆ ਉਹ ਨਾਲ ਲਾ ਕੇ ਤੁਸੀਂ ਭੇਜੋ ਤੇ ਉਹ ਉਹਨੂੰ ਐਕਸੈਪਟ ਕਰਨਗੇ ਤੇ ਉਹ ਪੁਰਾਣੀ ਡੇਟ 'ਚ ਹੀ ਗਿਣੀ ਜਾਏਗੀ ਕਿ ਐਕਸੈਪਟ ਹੋਈ ਆ। ਸੋ ਇਹ ਬਹੁਤ ਵੱਡੀ ਜਿੱਤ ਹੈਗੀ ਆ ਉਹਨਾਂ ਅਸਾਈਲਮ ਸੀਕਰਸ ਲਈ ਜਿਨ੍ਹਾਂ ਨੇ ਕਿ ਆਪਣੇ ਕੇਸ ਅਪਲਾਈ ਕੀਤੇ, ਪਰ ਪਿਛਲੀ ਸਰਕਾਰ ਨੇ ਛੋਟੀਆਂ ਗੱਲਾਂ ਕਰਕੇ ਉਹਨਾਂ ਨੂੰ
ਰਿਜੈਕਟ ਕੀਤਾ, ਉਹ ਹੁਣ ਕੋਰਟ ਨੇ ਅਲਾਓ ਕਰਤਾ ਕਿ ਤੁਸੀਂ 20 ਜੁਲਾਈ 2022 ਤੱਕ ਐਪਲੀਕੇਸ਼ਨਾਂ ਦੁਬਾਰਾ ਦੇ ਸਕਦੇ ਹੋ ਜਿਨ੍ਹਾਂ ਦੀਆਂ ਰਿਜੈਕਟ ਹੋਈਆਂ ਨੇ। ਪਰ ਇਹ ਜਿਹੜਾ ਬੰਦਾ ਇੱਥੋਂ ਕੋਈ ਡਿਪੋਰਟ ਹੋ ਗਿਆ ਜਾਂ ਇੱਥੋਂ ਬਾਹਰ ਚਲੇ ਗਿਆ ਉਹ ਨਹੀਂ ਦੇ ਸਕਦਾ। ਇਹ ਸਿਰਫ ਜਿਹੜਾ ਅੱਜ ਅਮਰੀਕਾ 'ਚ ਪ੍ਰੈਜ਼ੈਂਟ ਆ ਉਹੀ ਦੇ ਸਕਦਾ। ਸੋ ਇਹ ਗੱਲ ਮੈਂ ਕਲੀਅਰ ਕਰਦਾ ਵੀ ਜਿਹੜੇ ਇਦਾਂ ਦੇ ਬੰਦੇ ਜਿਹੜੇ ਇੱਥੋਂ ਜੇਲ੍ਹਾਂ 'ਚ ਰਹਿ ਕੇ ਡਿਪੋਰਟ ਹੋ ਚੁੱਕੇ ਨੇ ਉਹ ਇਹਦਾ ਫਾਇਦਾ ਨਹੀਂ ਉਠਾ ਸਕਣਗੇ। ਜਿਹੜਾ ਅਮਰੀਕਾ 'ਚ ਪ੍ਰੈਜ਼ੈਂਟ ਆ ਉਹੀ ਇਹ ਅਪਲਾਈ ਕਰ ਸਕੇਗਾ। ਤੇ ਇਹ ਇੱਕ ਜਿਹੜੀ ਹੈਗੀ ਆ ਬਹੁਤ ਵੱਡਾ ਡਿਸੀਜਨ ਆ ਜਿਹੜਾ ਕਿ ਅਸਾਈਲਮ ਸੀਕਰਸ ਦੇ ਹੱਕ ਦੇ ਵਿੱਚ ਹੁਣ ਕੋਰਟ ਨੇ ਕੀਤਾ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਸਰਕਾਰ ਨੇ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਵਿਕਸ਼ਨ ਬੈਨ ਆ ਉਹਦੀ ਸਪੋਰਟ ਕੀਤੀ ਆ, ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜੇ ਲੈਂਡਲੌਰਡ ਸੀਗੇ ਉਹਨਾਂ ਨੂੰ ਕਈ ਬੰਦੇ ਆਪਣਾ ਰੈਂਟ ਨਹੀਂ ਦੇ ਸਕੇ, ਅਪਾਰਟਮੈਂਟਾਂ 'ਚ ਰਹਿੰਦੇ ਸੀ ਜਾਂ ਘਰਾਂ 'ਚ, ਤੇ ਉਹਨਾਂ ਬੰਦਿਆਂ ਨੂੰ ਬਾਹਰ ਕੱਢਣ ਵਾਸਤੇ ਲੈਂਡਲੌਰਡਾਂ ਨੇ ਕੇਸ ਜਿਹੜੇ ਕਰਨੇ ਸੀ, ਪਰ ਸਰਕਾਰ ਨੇ ਬੈਨ ਲਾਤਾ ਕਿ ਤੁਸੀਂ ਇਵਿਕਟ ਨਹੀਂ ਕਰ ਸਕਦੇ, ਇਸ ਕਰਕੇ ਵੀ ਰੈਂਟ ਨਹੀਂ ਦਿੱਤਾ। ਕਿਉਂਕਿ ਅਮਰੀਕਾ ਦੇ ਵਿੱਚ ਲਾਅ ਆ ਜੇ ਤੁਸੀਂ ਰੈਂਟ ਨਾ ਦਿਓ ਤੁਹਾਨੂੰ ਲੈਂਡਲੌਰਡ ਕੱਢ ਸਕਦਾ ਨੋਟਿਸ ਦੇ ਕੇ। ਤੇ ਉਹ ਜਿਹੜਾ ਬੈਨ ਆ ਉਹ ਐਕਸਟੈਂਡ ਹੁੰਦਾ ਗਿਆ ਤੇ ਉਹਦੇ ਖਿਲਾਫ ਜਿਹੜੇ ਰਿਐਲਟਰਸ ਨੇ, ਜਿਹੜੇ ਰੀਅਲ estate ਦੇ ਏਜੰਟ ਹੁੰਦੇ ਨੇ ਜਾਂ ਬ੍ਰੋਕਰ, ਤੇ ਨਾਲੇ ਲੈਂਡਲੌਰਡ ਦੀਆਂ ਐਸੋਸੀਏਸ਼ਨਾਂ ਨੇ ਕੇਸ ਕੀਤਾ। ਉਹ ਕੇਸ ਸੁਪਰੀਮ ਕੋਰਟ ਕੋਲ ਚਲਾ ਗਿਆ ਤੇ ਉਹ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਬੈਨ ਖਤਮ ਹੋਣਾ ਚਾਹੀਦਾ, ਜਿਹੜੇ ਨਹੀਂ ਰੈਂਟ ਦੇ ਰਹੇ ਤੇ ਸਾਨੂੰ ਤੁਸੀਂ ਇਹ ਆਗਿਆ ਦਿਓ ਵੀ ਅਸੀਂ ਇਹਨਾਂ ਨੂੰ ਕੱਢ ਸਕੀਏ ਤੇ ਹੋਰ ਬੰਦੇ ਲਿਆ ਸਕੀਏ। ਤੇ ਇਹਦੇ ਅਗੇਂਸਟ ਜਿਹੜਾ ਹੈਗਾ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਜਿਹੜਾ ਬੈਨ ਆ ਇਹ ਲੱਗਿਆ ਰਹਿਣਾ ਚਾਹੀਦਾ, ਕਿਉਂਕਿ ਕਾਫੀ ਲੋਕ ਨੇ ਜਿਨ੍ਹਾਂ ਨੂੰ ਕਿ ਤੰਗੀ ਆਈ ਆ ਪਿਛਲੇ ਦਿਨਾਂ ਦੇ ਵਿੱਚ, ਉਹ ਨਹੀਂ ਰੈਂਟ ਦੇ ਸਕਦੇ ਤੇ ਉਹ ਕਿੱਥੇ ਜਾਣਗੇ, ਇਸ ਕਰਕੇ ਇਹਨੂੰ ਥੋੜੀ ਦੇਰ ਲਈ ਹੋਰ ਵਧਾਇਆ ਜਾਵੇ। ਸੋ ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਇੱਕ ਖਬਰ ਹੈਗੀ ਆ ਉਹ ਹੈਗੀ ਆ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹਨਾਂ ਬਾਰੇ, ਕਿ ਜਿਹੜੀਆਂ ਮਾਸਟਰ ਹੀਅਰਿੰਗ ਡੇਟਾਂ ਨੇ ਤਕਰੀਬਨ ਸਾਰੀਆਂ ਕੋਰਟਾਂ 'ਚ ਹੀ ਹੋ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਲੇਕਿਨ ਜਿਹੜੀਆਂ ਰਿਟਨ ਪਲੀਡਿੰਗਸ ਲੈ ਰਹੇ ਨੇ ਉਹ ਜਿਹੜੀਆਂ ਡੇਟਸ ਨੇ ਉਹ ਨਹੀਂ ਦੇ ਰਹੇ, ਕਿ ਜਿਹੜੀ ਹੀਅਰਿੰਗ ਹੁੰਦੀ ਆ ਉਹ ਜਾਂ ਤਾਂ ਫੋਨ ਤੇ ਹੁੰਦੀ ਆ ਵਕੀਲ ਦੇ ਨਾਲ ਤੇ ਜਾਂ ਰਿਟਨ ਪਲੀਡਿੰਗਸ ਹੁੰਦੀਆਂ ਨੇ, ਪਰ ਇਨ ਪਰਸਨ ਨਹੀਂ ਹੁੰਦੀ, ਤੁਹਾਨੂੰ ਜਾਣਾ ਨਹੀਂ ਪੈਂਦਾ ਉੱਥੇ। ਇਹ ਆਲ ਅਕ੍ਰੋਸ US ਸਾਰੀਆਂ ਮਤਲਬ ਕੋਰਟਾਂ ਦਾ ਇਹ ਆ। ਤੇ ਇਨ ਪਰਸਨ ਹੀਅਰਿੰਗ ਜਿਹੜੀ ਆ ਉਹ ਨਹੀਂ ਹੋ ਰਹੀ। ਰਿਟਨ ਪਲੀਡਿੰਗ ਦਾ ਮਤਲਬ ਇਹ ਆ ਕਿ ਜੋ ਵੀ ਤੁਸੀਂ ਬੋਲ ਕੇ ਕਹਿਣਾ ਆ ਉਹ ਤੁਸੀਂ ਲਿਖ ਕੇ ਉਹਨਾਂ ਨੂੰ ਦੇ ਦਿੰਦੇ ਹੋ। ਉਹਦਾ NTA ਹੁੰਦਾ, ਨੋਟਿਸ ਟੂ ਅਪੀਅਰ, ਉਹ ਜਿਹੜੇ ਚਾਰजेस ਹੁੰਦੇ ਆ ਉਹਨਾਂ ਤੇ ਪਲੀਡ ਕਰਨਾ ਹੁੰਦਾ। ਉਦੋਂ ਬਾਅਦ ਰਿਲੀਫ ਜੋ ਵੀ ਅਪਲਾਈ ਕਰਨੀ ਆ, ਕਿਸੇ ਨੇ ਅਸਾਈਲਮ ਕਰਨਾ, ਕਿਸੇ ਦਾ ਕੋਈ ਵਿਆਹ ਦਾ ਕੇਸ ਆ, ਉਹ ਤੁਸੀਂ ਉਹਦੇ ਵਿੱਚ ਮੈਂਸ਼ਨ ਕਰਨੀ ਆ। ਤੁਹਾਨੂੰ ਫਿਰ ਕਈ ਜੱਜ ਟਾਈਮ ਦੇ ਦਿੰਦੇ ਨੇ 60 ਦਿਨ ਦਾ ਕਿ ਤੁਸੀਂ ਸਪੋਰਟਿੰਗ ਡਾਕੂਮੈਂਟ ਜਾਂ ਅਸਾਈਲਮ ਐਪਲੀਕੇਸ਼ਨ ਜਮ੍ਹਾਂ ਕਰਾਓ। ਉੱਦਾਂ ਜਿਹੜੀ ਅਸਾਈਲਮ ਐਪਲੀਕੇਸ਼ਨ ਆ ਉਹ ਵਿਦਨ 1 ਈਅਰ ਲਾਣੀ ਹੁੰਦੀ ਹੈ ਅਮਰੀਕਾ ਦੇ ਵਿੱਚ ਜਦੋਂ ਬੰਦਾ ਐਂਟਰ ਹੁੰਦਾ। ਤੇ ਉਹ ਜਿਹੜੀਆਂ ਮਾਸਟਰ ਡੇਟਾਂ ਨੇ ਉਹ ਇਸ ਰੂਪ 'ਚ ਹੋ ਰਹੀਆਂ ਨੇ ਪਰ ਉਹ ਜਿਹੜੀਆਂ ਹੈਗੀਆਂ ਰਿਟਨ ਪਲੀਡਿੰਗ ਦੇ ਰੂਪ 'ਚ ਹੋ ਰਹੀਆਂ ਨੇ, ਜਿਹੜੀਆਂ ਉੱਥੇ ਇਨ ਪਰਸਨ ਜਾ ਕੇ ਕੋਰਟ ਦੇ ਵਿੱਚ ਜਾਂਦੇ ਸੀ ਉਹ ਨਹੀਂ ਹੋ ਰਹੀਆਂ। ਇਹਦੇ ਨਾਲ ਨਾਲ ਜਿਹੜੀਆਂ ਇੰਡੀਵਿਜੂਅਲ ਡੇਟਾ ਨੇ ਉਹ ਦੋ ਤਰੀਕੇ ਨਾਲ ਹੋ ਰਹੀਆਂ ਨੇ। ਜਿਹੜੀ ਫਾਈਨਲ ਡੇਟ ਆ, ਇੱਕ ਤਾਂ ਇਨ ਪਰਸਨ ਵੀ ਹੋ ਰਹੀਆਂ, ਇੱਕ ਜੇ ਕੋਈ ਪਰਸਨ ਨਹੀਂ ਜਾ ਸਕਦਾ ਤਾਂ ਵੈਬਐਕਸ ਤੇ ਜਿਹੜਾ ਹੁੰਦਾ ਉਹ ਟੈਲੀਵੀਡੀਓ ਦੇ ਰਾਹੀਂ ਵੀ ਹੀਅਰਿੰਗ ਹੁੰਦੀ ਆ, ਜਿਹਦੇ ਵਿੱਚ ਕਿ ਜਿਹੜਾ ਵਕੀਲ ਆ ਤੇ ਉਹਦਾ ਕਲਾਇੰਟ ਆ ਜਿਹਦਾ ਕੇਸ ਆ ਉਹ ਦੋਨੇ ਵਕੀਲ ਦੇ ਆਫਿਸ 'ਚ ਬਹਿ ਕੇ ਕੈਮਰੇ ਅੱਗੇ ਜਾਂ ਕੰਪਿਊਟਰ ਅੱਗੇ ਉਹ ਹੀਅਰਿੰਗ ਕਰਦੇ ਨੇ। ਤੇ ਦੂਜੇ ਪਾਸੇ ਜਿਹੜਾ ਸਰਕਾਰੀ ਵਕੀਲ ਆ ਉਹ ਵੀ ਆਪਣੇ ਆਫਿਸ 'ਚੋਂ ਕਰਦਾ, ਤਾਂ ਕੋਰਟ ਦੇ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ। ਪਰ ਕਈ ਕੇਸਾਂ ਦੇ ਵਿੱਚ ਇਨ ਪਰਸਨ ਵੀ ਕੋਰਟ 'ਚ ਜਾਣਾ ਪੈਂਦਾ। ਸੋ ਇਹ ਤਾਂ ਉਹਦਾ ਜਿਹੜਾ ਹੈਗਾ ਉਹ ਸਿਚੁਏਸ਼ਨ ਹੈ। ਦੂਜਾ ਜਿਹੜੀਆਂ USCIS ਦੀਆਂ ਇੰਟਰਵਿਊਜ਼ ਨੇ, ਖਾਸ ਕਰਕੇ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਆਂ ਹੋ ਗਈਆਂ, ਨਾਲੇ ਕੰਡੀਸ਼ਨ ਰਿਮੂਵਲ ਦੀਆਂ ਹੋ ਗਈਆਂ ਜਾਂ ਗ੍ਰੀਨ ਕਾਰਡ ਦੀਆਂ ਹੋ ਗਈਆਂ, ਐਡਜਸਟਮੈਂਟ ਦੀਆਂ, ਜਿਹੜੀਆਂ ਕਿ ਇਮੀਗ੍ਰੇਸ਼ਨ ਦੇ ਆਫਿਸਿਸ ਹੁੰਦੀਆਂ ਕੋਰਟ ਦੇ ਵਿੱਚ ਨਹੀਂ ਹੁੰਦੀਆਂ, ਉਹ ਹੁਣ ਕਾਫੀ ਕੈਂਸਲ ਹੋ ਰਹੀਆਂ ਨੇ। ਸਪਟੈਂਬਰ ਦੇ ਵਿੱਚ ਕਾਫੀ ਕੈਂਸਲ ਹੋਈਆਂ ਤੇ ਦੁਬਾਰਾ ਉਹ ਕਹਿੰਦੇ ਅਸੀਂ ਰੀਸੈਟ ਕਰਾਂਗੇ, ਦੁਬਾਰਾ ਜਿਹੜੀ ਡੇਟ ਆ ਉਹ ਆਏਗੀ। ਇਹਦੇ ਨਾਲ ਨਾਲ ਮੈਂ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਜਿਹੜੀ ਸਰਕਾਰ ਆ ਉਹਨੇ ਅਸਾਈਲਮ ਦੇ ਵਿੱਚ ਕੁਝ ਚੇਂਜਸ ਜਿਹੜੀਆਂ ਨੇ ਉਹ ਕੀਤੀਆਂ ਨੇ ਤੇ ਸਰਕਾਰ ਚਾਹੁੰਦੀ ਆ ਕਿ ਇਹ ਸਿਸਟਮ ਜਿਹੜਾ ਹੈਗਾ ਇਹਨੂੰ ਹੋਰ ਵਧੀਆ ਬਣਾਇਆ ਜਾਵੇ। ਤੇ ਉਹ ਜਿਹੜੀਆਂ ਚੇਂਜਸ ਹੈਗੀਆਂ ਉਹ ਇਹਨਾਂ ਨੇ ਫੈਡਰਲ ਜਿਹੜਾ ਰਜਿਸਟਰ ਆ ਉਹਦੇ ਵਿੱਚ ਇੰਪਲੀਮੈਂਟ ਕਰ ਦਿੱਤੀਆਂ, ਉਹਦੇ 'ਚ ਪਬਲਿਸ਼ ਕਰ ਦਿੱਤੀਆਂ, ਕਿਉਂਕਿ ਲਾਅ ਆ ਕਿ ਜੇ ਸਰਕਾਰ ਕੋਈ ਵੀ ਚੇਂਜ ਕਰਨਾ ਚਾਹੁੰਦੀ ਆ ਉਹ ਪਹਿਲਾਂ ਫੈਡਰਲ ਰਜਿਸਟਰ 'ਚ ਪਬਲਿਸ਼ ਕਰੇ 60 ਦਿਨ ਲਈ, ਤੇ ਉਹਦੇ ਤੇ ਲੋਕਾਂ ਨੂੰ ਕਮੈਂਟ ਕਰਨ ਦਾ ਰਾਈਟ ਹੁੰਦਾ। ਜ਼ਿਆਦਾ ਕਮੈਂਟ ਤਾਂ ਉਹੀ ਬੰਦੇ ਪਾਉਂਦੇ ਆ ਜਿਹੜੇ ਕਿ ਇਮੀਗ੍ਰੇਸ਼ਨ ਦੇ ਵਕੀਲ ਹੁੰਦੇ ਆ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਐਡਵੋਕੇਸੀ ਗਰੁੱਪਸ ਹੁੰਦੇ ਨੇ। ਤੇ ਜੇ ਉਹ ਸੁਝਾਅ ਕੋਈ ਚੰਗਾ ਹੈਗਾ ਜਾਂ ਸਰਕਾਰ ਦੇ ਮੰਨਣਯੋਗ ਆ, ਸਰਕਾਰ ਉਹਨੂੰ ਮੰਨੇ ਤੇ ਉਸ ਤੋਂ ਬਾਅਦ ਉਹਨੂੰ ਇੰਪਲੀਮੈਂਟ ਕਰੇ। ਸੋ 60 ਦਿਨਾਂ ਬਾਅਦ ਉਹ ਇੰਪਲੀਮੈਂਟ ਹੋਏਗੀ। ਉਹਦੇ ਵਿੱਚ ਬੇਸਿਕਲੀ ਇਹ ਆ ਕਿ ਜਿਹੜੇ ਵੀ ਬੰਦੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਹੁਣ ਉਹਨਾਂ ਦੇ ਜੇ ਉਹ ਕ੍ਰੈਡੀਬਲ ਹੀਅਰਿੰਗ ਜਿਹੜੀ ਪਾਸ ਕਰ ਜਾਂਦੇ ਆ ਤਾਂ ਉਹਨਾਂ ਦੇ ਕੇਸ ਜਿਹੜੇ ਆ ਸਿੱਧੇ ਇਮੀਗ੍ਰੇਸ਼ਨ ਜੱਜ ਕੋਲ ਜਾਂਦੇ ਆ ਕੋਰਟ ਦੇ ਵਿੱਚ। ਹੁਣ ਕੋਰਟਾਂ ਦੇ ਵਿੱਚ ਜਿਹੜੀ ਹੈਗੀ ਜੱਜਾਂ ਦੀ ਗਿਣਤੀ ਘੱਟ ਆ, ਕੇਸ ਜ਼ਿਆਦਾ ਨੇ, ਬੈਕਲੌਗ ਬਹੁਤ ਆ, ਤੇ ਉਹਨਾਂ ਦੇ ਜਿਹੜੇ ਕੇਸ ਨੇ ਉਹ ਅਸਾਈਲਮ ਅਫਸਰ ਕੋਲ ਜਾਇਆ ਕਰਨਗੇ ਪਹਿਲਾਂ। ਜੇ ਅਸਾਈਲਮ ਅਫਸਰ ਉਹਨਾਂ ਨੂੰ ਨਹੀਂ ਪਾਸ ਕਰੇਗਾ ਰੈਫਰ, ਤਾਂ ਕੋਰਟ 'ਚ ਜਾਣਗੇ।
ਇਹ ਉਹੀ ਪ੍ਰੋਸੀਜਰ ਹੈ ਜਿਵੇਂ ਕੋਈ ਬੰਦਾ ਇੱਥੇ ਅਮਰੀਕਾ ਆਉਂਦਾ ਤੇ ਉਹ ਫੜਿਆ ਨਹੀਂ ਜਾਂਦਾ, ਜਾਂ ਕੋਈ ਵਿਜ਼ਟਰ ਵੀਜ਼ੇ ਤੇ ਆਉਂਦਾ ਉਹ ਆਪਣਾ ਅਸਾਈਲਮ ਲਾਉਂਦਾ ਤੇ ਉਹ ਪਹਿਲਾਂ ਅਸਾਈਲਮ ਆਫਿਸ ਜਾਂਦਾ, ਅਸਾਈਲਮ ਅਫਸਰ ਕੋਲ, ਉਸ ਤੋਂ ਬਾਅਦ ਕੋਰਟ 'ਚ ਜਾਂਦਾ। ਇਹੀ ਪ੍ਰੋਸੀਜਰ ਜਿਹੜੇ ਹੁਣ ਕੈਂਪਾਂ 'ਚੋਂ ਆਉਂਦੇ ਆ ਜਾਂ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਜੇਲ੍ਹਾਂ 'ਚੋਂ, ਉਹਨਾਂ ਵਾਸਤੇ ਵੀ ਸਰਕਾਰ ਇੰਪਲੀਮੈਂਟ ਕਰਨ ਜਾ ਰਹੀ ਆ। ਸੋ ਉਹਨਾਂ ਦੀਆਂ ਪਹਿਲੀਆਂ ਇੰਟਰਵਿਊਆਂ ਅਸਾਈਲਮ ਆਫਿਸ ਹੋਣਗੀਆਂ, ਉਸ ਤੋਂ ਬਾਅਦ ਅੱਗੇ ਜੇ ਉਹ ਕੇਸ ਅਪਰੂਵ ਹੋ ਗਿਆ ਤਾਂ ਉੱਥੇ ਹੀ ਡਨ ਹੋ ਜਾਊਗਾ, ਜੇ ਨਹੀਂ ਤਾਂ ਫਿਰ ਕੋਰਟ ਦੇ ਵਿੱਚ ਰੈਫਰ ਕੀਤਾ ਜਾਏਗਾ। ਸੋ ਇਹ ਜਿਹੜੀ ਪਾਲਿਸੀ ਹੈ ਇਹ ਪਬਲਿਸ਼ ਹੋਣ ਦੇ ਨਾਲ ਤੇ ਹੁਣ 60 ਦਿਨ ਤੋਂ ਬਾਅਦ ਇਹਦੀ ਇੰਪਲੀਮੈਂਟ ਹੋਣ ਦੀ ਜਿਹੜੀ ਆ ਉਹ ਉਮੀਦ ਆ। ਸੋ ਇਹ ਸੀਗੀਆਂ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਰਿਲੇਟਡ ਆ, ਤੇ ਹੁਣ ਆਪਾਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਆ। ਤੇ ਪਹਿਲਾ ਸਵਾਲ ਜਿਹੜਾ ਜੀ ਉਹ ਹੈਗਾ, ਉਹ ਇਹ ਕਹਿ ਰਹੇ ਨੇ ਕਿ ਮੇਰੀ ਉਮਰ 70 ਸਾਲ ਆ, ਮੇਰੀ ਵਾਈਫ ਦੀ 67 ਸਾਲ ਆ, ਤੇ ਅਸੀਂ ਪਿਛਲੇ 5 ਮਹੀਨੇ ਤੋਂ B1 B2 ਵੀਜ਼ੇ ਤੇ ਇੱਥੇ ਆਏ ਆ, ਤੇ ਅਸੀਂ ਜਿਹੜਾ ਹੈਗਾ ਤੇ ਆਪਣੇ ਬੱਚੇ ਕੋਲ ਆਏ ਆ ਜਿਹੜਾ ਕਿ H1B ਤੇ ਆ, ਤੇ ਅਸੀਂ ਕਿੰਨੀ ਵਾਰੀ ਆ ਜਾ ਸਕਦੇ ਹਾਂ। ਦੇਖੋ ਇਸ ਤਰ੍ਹਾਂ ਹੁੰਦਾ, ਜਿਹੜਾ ਵਿਜ਼ਟਰ ਵੀਜ਼ਾ ਹੈਗਾ ਉਹ ਠੀਕ ਆ, B1 B2 ਘੁੰਮਣ ਫਿਰਨ ਲਈ ਹੁੰਦਾ ਜਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਨੂੰ ਬੱਚਿਆਂ ਨੂੰ ਮਿਲਣ ਲਈ, ਤੇ ਤੁਸੀਂ ਆ ਜਾ ਸਕਦੇ ਹੋ, ਪਰ ਜਿੰਨੀ ਤੁਹਾਨੂੰ ਐਂਟਰੀ ਮਿਲੀ ਉਹਦੇ ਵਿੱਚ ਵਾਪਸ ਜਾਣਾ ਪਊਗਾ। ਪਰ ਜੇ ਤੁਸੀਂ ਇੱਕਦਮ ਬਾਰ-ਬਾਰ ਜਾ ਕੇ, ਜਿਵੇਂ ਤੁਸੀਂ 5 ਮਹੀਨੇ ਰਹਿ ਕੇ ਚਲੇ ਗਏ, 15 ਦਿਨ ਬਾਅਦ ਜਾਂ ਮਹੀਨੇ ਬਾਅਦ ਫੇਰ ਆ ਗਏ, ਤਾਂ ਉਹ ਫਿਰ ਤੁਹਾਨੂੰ ਕੁਐਸਚਨ ਕਰ ਸਕਦੇ ਨੇ ਉੱਥੇ ਏਅਰਪੋਰਟ ਤੇ ਕਿ ਤੁਸੀਂ ਮਤਲਬ ਬਾਰ-ਬਾਰ ਕਿਉਂ ਆ ਰਹੇ ਹੋ। ਤੇ ਅਮਰੀਕਾ ਦੇ ਵਿੱਚ ਕੋਈ ਇਹੋ ਜਿਹਾ ਵੀਜ਼ਾ ਜਾਂ ਪ੍ਰੋਵੀਜ਼ਨ ਨਹੀਂ ਹੈਗੀ ਕਿ ਤੁਸੀਂ ਆਪਣੇ ਮਤਲਬ ਬੱਚਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਤੁਸੀਂ ਉਹਨਾਂ ਨੂੰ ਲੋੜ ਆ ਤੁਸੀਂ ਉਹਨਾਂ ਕੋਲ ਰਹਿ ਸਕਦੇ ਹੋ, ਇਹ ਹੀ ਵਿਜ਼ਟਰੀ ਆ। ਲੇਕਿਨ ਇਹਦੀ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ, ਤੇ ਕਈ ਵਾਰੀ ਐਕਸਟੈਂਸ਼ਨ ਵੀ ਮਿਲ ਜਾਂਦੀ ਆ, ਤੇ ਉਹ ਐਕਸਟੈਂਸ਼ਨ ਜਿਹੜੀ ਹੈਗੀ ਉਹ ਵੀ 6 ਮਹੀਨੇ ਦੀ ਹੁੰਦੀ ਆ ਮੈਕਸੀਮਮ। ਉਹ ਤੁਹਾਨੂੰ ਅਪਲਾਈ ਕਰਨੀ ਪੈਂਦੀ ਆ, ਤਾਂ ਉਹਦੇ ਫਿੰਗਰਪ੍ਰਿੰਟ ਹੁੰਦੇ ਨੇ, ਤੇ ਉਹ ਵੀ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ। ਪਰ ਜ਼ਿਆਦਾ ਤਾਂ ਇਹੀ ਆ ਕਿ ਜਿੰਨੀ ਤੁਹਾਨੂੰ ਐਂਟਰੀ ਮਿਲੀ ਉਹਦੇ ਵਿੱਚ ਤੁਸੀਂ ਵਾਪਸ ਜਾਓ ਤਾਂ ਬੈਟਰ ਆ। ਅਗਲਾ ਕੇਸ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਅਸੀਂ F4 ਕੇਸ ਅਪਲਾਈ ਕੀਤਾ ਸੀਗਾ, ਸਾਡੇ ਮਾਮਾ ਜੀ ਨੇ ਦਸੰਬਰ 2006 'ਚ, ਤੇ ਅਪਰੂਵਲ ਆ ਗਈ 9 'ਚ, ਤੇ ਹੁਣ ਬੱਚੇ ਦੀ ਉਮਰ 23 ਸਾਲ ਹੈਗੀ, ਉਹ ਆ ਸਕਦਾ। ਦੇਖੋ ਜਿਹੜੀਆਂ ਕੈਟੇਗਰੀਆਂ ਹੈਗੀਆਂ, ਹੁਣ ਅਗਸਤ ਦੇ ਵਿੱਚ ਜਿਹੜਾ ਵੀਜ਼ਾ ਬੁਲੇਟਿਨ ਹੁਣ ਸਤੰਬਰ ਦਾ ਆਉਣਾ ਅਗਲੇ ਹਫਤੇ, ਉਹਦੇ ਬਾਰੇ ਆਪਾਂ ਉਦੋਂ ਗੱਲ ਕਰਾਂਗੇ। ਇਹਦੇ 'ਚ ਜਿਹੜਾ F4 ਕੈਟੇਗਰੀ ਹੈ, ਇਹ 'ਚ ਸਤੰਬਰ 1 2005 ਚੱਲ ਰਿਹਾ। ਇਹ ਭਰਾ ਭੈਣ ਦੀ ਕੈਟੇਗਰੀ ਹੈ, ਜਦੋਂ ਕਿ US ਸਿਟੀਜ਼ਨ ਆਪਣੇ ਭਰਾ ਭੈਣ ਜਾਂ ਬੱਚਿਆਂ ਦਾ ਅਪਲਾਈ ਕਰਦਾ, ਉਹਨਾਂ ਦੇ ਬੱਚਿਆਂ ਦਾ। ਇਹਦੇ 'ਚ ਹੁਣ ਇਹਨਾਂ ਦਾ 2006 ਦੀ ਗੱਲ ਕਰ ਰਹੇ ਨੇ, ਤੇ ਦਸੰਬਰ 6 ਨੂੰ 1.5 ਸਾਲ ਹੋਰ ਲੱਗੇਗਾ ਜੇ, ਤੇ ਜਦੋਂ ਇਹ ਡੇਟ ਕਰੰਟ ਹੋਏਗੀ ਪ੍ਰਾਇੋਰਟੀ ਦੀ, ਉਸ ਟਾਈਮ ਦੇਖਿਆ ਜਾਊ ਕਿ ਬੱਚੇ ਦੀ ਉਮਰ ਕਿੰਨੀ ਆ। ਤੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਜੇ ਬੱਚਾ ਕਵਰ ਹੁੰਦਾ ਤਾਂ ਉਹਦੇ 'ਚ ਜਿਹੜੀ ਹੈਗੀ ਆ ਉਹ ਅਮਰੀਕਾ ਆਉਣ ਦੀ ਉਹਦੀ ਵਾਰੀ ਆ ਸਕਦੀ ਆ। ਤੇ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਉਹਦੀ ਜਿਹੜੀ ਸ਼ਰਤ ਆ ਉਹ ਇਹ ਆ ਕਿ ਤੁਸੀਂ ਇਹ ਦੇਖੋ ਵੀ ਕੇਸ ਕਦੋਂ ਅਪਲਾਈ ਹੋਇਆ। ਜਿਵੇਂ ਇਹਨਾਂ ਦਾ ਦਸੰਬਰ 2006 'ਚ ਹੋਇਆ, ਉਸ ਤੋਂ ਬਾਅਦ ਅਪਰੂਵ ਕਦੋਂ ਹੋਇਆ, ਇਹ ਕਹਿੰਦੇ ਜੁਲਾਈ 2009 'ਚ ਹੋਇਆ। ਇਹ ਜਿਹੜਾ ਟਾਈਮ ਆ 3 ਸਾਲ ਦਾ, 2.5-3 ਸਾਲ ਦਾ, ਇਹ ਜਦੋਂ ਬੱਚੇ ਦੀ ਉਮਰ ਜਿਹੜੀ ਆ ਉਹ ਪ੍ਰਾਇੋਰਟੀ ਡੇਟ ਤੇ ਕਰੰਟ ਦੇ ਜਿੰਨੀ ਉਹਦੇ ਵਿੱਚੋਂ ਕੱਢਿਆ ਜਾਵੇ, ਤੇ ਜੇ ਕੱਢ ਕੇ 21 ਸਾਲ ਤੋਂ ਘੱਟ ਬਣਦਾ ਤਾਂ ਉਹ ਬੱਚਾ ਆ ਸਕਦਾ। ਇਹਦਾ ਰੂਲ ਹੈ, ਤੇ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਕਿ ਉਸ ਟਾਈਮ ਤੇ ਕੀ ਹੁੰਦਾ। ਦੂਜਾ ਜਿਹੜਾ ਸਵਾਲ ਹੈ ਉਹ ਹੈਗਾ ਕਿ ਉਹ ਇਹ ਕਹਿ ਰਹੇ ਨੇ ਕਿ ਮੈਂ ਟੂਰਿਸਟ ਵੀਜ਼ਾ ਹੋਲਡਰ ਹਾਂ ਤੇ ਐਰੀਜ਼ੋਨਾ ਮੈਰਿਜ ਤੇ ਆਉਣਾ ਚਾਹੁੰਦਾ, ਅਕਤੂਬਰ 'ਚ ਕਿਵੇਂ ਆ ਸਕਦਾ। ਦੇਖੋ ਜਿਹੜੇ ਵਿਜ਼ਟਰ ਵੀਜ਼ੇ ਨੇ ਉਹਨਾਂ ਤੇ ਜੇ ਬੈਨ ਲੱਗਿਆ ਹੋਇਆ ਅਮਰੀਕਾ 'ਚ, ਤੇ ਜਿਹੜੀ ਸਰਕਾਰ ਆ ਉਹਨੇ ਹਟਾਇਆ ਨਹੀਂ। ਪਿੱਛੇ ਐਡਵਾਈਜ਼ਰੀ ਆਈ ਸੀ 3 ਵੀਕ ਪਹਿਲਾਂ, ਤੇ ਉਹਨਾਂ ਨੇ ਕਿਹਾ ਸੀ ਵੀ ਉਹ ਬੈਨ ਜਿਹੜਾ ਉਸੇ ਤਰ੍ਹਾਂ ਜਾਰੀ ਰਹੇਗਾ, ਤੇ ਅਜੇ ਮੇਰਾ ਨਹੀਂ ਖਿਆਲ ਵੀ ਤੁਹਾਨੂੰ ਆਉਣ ਦੀ ਉਹ ਇਹ ਤੇ ਜਿਹੜੀ ਪਰਮਿਸ਼ਨ ਦੇਣਗੇ। ਸੋ ਤੁਸੀਂ ਨਹੀਂ ਆ ਸਕਦੇ ਜਿੰਨੀ ਦੇਰ ਬੈਨ ਆ, ਤੁਹਾਨੂੰ ਉੱਥੇ ਰਹਿਣਾ ਪੈਣਾ। ਅਗਲਾ ਸਵਾਲ ਹੈ ਜੀ, F3 ਕੈਟੇਗਰੀ 'ਚ ਅਪਲਾਈ ਕੀਤਾ ਸੀ 2011 'ਚ, ਤੇ 15 'ਚ ਅਪਰੂਵਲ ਆਈ ਸੀ, ਕਿੰਨਾ ਟਾਈਮ ਲੱਗੂਗਾ। F3 ਕੈਟੇਗਰੀ ਹੈਗੀ ਹੈ ਜੀ ਜਿਹੜੇ US ਸਿਟੀਜ਼ਨ ਲੋਕ ਨੇ ਆਪਣੇ ਮੈਰਿਡ ਬੱਚਿਆਂ ਲਈ ਅਪਲਾਈ ਕਰਦੇ ਨੇ, ਤੇ ਉਹਨਾਂ ਦੇ ਗਾਂ ਬੱਚਿਆਂ ਲਈ, ਕਿਉਂਕਿ ਸਿਟੀਜ਼ਨ ਇੱਥੇ ਮੈਰਿਡ ਬੱਚੇ ਲਈ ਵੀ ਅਪਲਾਈ ਕਰ ਸਕਦਾ, ਭਰਾ ਭੈਣ ਲਈ ਵੀ ਕਰ ਸਕਦਾ। ਪਰ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਨਹੀਂ ਕਰ ਸਕਦਾ ਆਪਣੇ ਮੈਰਿਡ ਬੱਚੇ ਜਾਂ ਭੈਣ ਭਰਾ ਲਈ। ਗ੍ਰੀਨ ਕਾਰਡ ਹੋਲਡਰ ਸਿਰਫ ਅਨਮੈਰਿਡ ਬੱਚੇ ਲਈ ਕਰ ਸਕਦਾ, ਜਾਂ 21 ਸਾਲ ਤੋਂ ਘੱਟ ਜਾਂ ਵੱਧ। ਹੁਣ ਇਸ ਕੈਟੇਗਰੀ ਚੱਲ ਰਿਹਾ ਜੀ 8 ਨਵੰਬਰ 2008, ਇਹਨਾਂ ਦਾ ਕੇਸ ਹੈ 2011 ਦਾ, ਤੇ ਵਿੱਚ ਉਹ ਕਹਿੰਦੇ ਆ ਕਿ ਅਪਲਾਈ ਕੀਤਾ, ਇਹਨੂੰ ਘੱਟੋ ਘੱਟ 3 ਸਾਲ ਅਜੇ ਹੋਰ ਲੱਗਣਗੇ ਜੀ। ਅਗਲਾ ਸਵਾਲ ਹੈ ਜੀ ਕਿ ਅਸੀਂ F3 ਕੈਟੇਗਰੀ 'ਚ ਅਪ੍ਰੈਲ 2009 ਵਿੱਚ ਫਾਈਲ ਕੀਤਾ ਸੀ, ਤੇ ਫਰਵਰੀ ਦੇ ਵਿੱਚ 2021 'ਚ ਸਾਡੇ ਸਾਰੇ ਸਿਵਲ ਡਾਕੂਮੈਂਟ ਜਿਹੜੇ ਆ ਉਹ ਸਬਮਿਟ ਕਿੰਨਾ ਟਾਈਮ ਲੱਗੂਗਾ। ਇਹਨੂੰ ਟਾਈਮ ਲੱਗੂਗਾ ਜੀ, ਇੰਟਰਵਿਊਜ਼ ਤਾਂ ਹੋ ਰਹੀਆਂ ਨੇ ਪਰ ਸਲੋ ਹੋ ਰਹੀਆਂ ਨੇ, ਸੋ ਜੇ ਟਾਈਮ ਹੋਰ ਲੱਗ ਸਕਦਾ। ਤੁਸੀਂ ਇਨਕੁਆਇਰੀ ਪਾ ਸਕਦੇ ਹੋ, ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਲ ਕਰ ਸਕਦੇ ਹੋ, ਜਾਂ ਇਨਕੁਆਇਰੀ ਈਮੇਲ ਕਰ ਸਕਦੇ ਹੋ। ਫੋਨ ਤਾਂ ਉਹ ਚੱਕਦੇ ਘੱਟ ਆ, ਤੇ ਈਮੇਲ ਤੁਸੀਂ ਕਰੋ, ਤੇ ਈਮੇਲ ਕਰਕੇ ਤੁਸੀਂ ਉਹ ਤੋਂ ਪਤਾ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ
ਗ੍ਰੀਨ ਕਾਰਡ ਹੋਲਡਰ ਆਪਣੇ ਮਦਰ ਫਾਦਰ ਦਾ ਤੇ ਆਪਣੇ ਅਨਮੈਰਿਡ ਬਰਥ ਸਿਸਟਰ ਦਾ ਅਪਲਾਈ ਕਰ ਸਕਦਾ ਕਿ ਨਹੀਂ, ਇਹਦੇ ਬਾਰੇ ਦੱਸੋ। ਗ੍ਰੀਨ ਕਾਰਡ ਹੋਲਡਰ ਜਿਹੜਾ ਜੀ ਉਹ ਸਿਰਫ ਆਪਣੇ ਹਸਬੈਂਡ ਵਾਈਫ ਦਾ ਜਾਂ 21 ਸਾਲ ਤੋਂ ਘੱਟ ਜਿਹੜੇ ਬੱਚੇ ਅਨਮੈਰਿਡ ਆ ਉਹਨਾਂ ਦਾ, ਜਾਂ ਜਿਹੜੇ 21 ਤੋਂ ਉੱਪਰ ਅਨਮੈਰਿਡ ਆ ਉਹਨਾਂ ਦਾ ਕਰ ਸਕਦਾ। ਉਹ ਆਪਣੇ ਮਾਂ-ਬਾਪ ਦਾ ਜਾਂ ਭੈਣ ਭਰਾ ਦਾ ਨਹੀਂ ਅਪਲਾਈ ਕਰ ਸਕਦਾ। ਸੋ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਆਪਣੇ ਮਾਂ-ਬਾਪ ਦਾ, ਆਪਣੇ ਭੈਣ ਭਰਾ ਦਾ ਤੇ ਆਪਣੇ ਜਿਹੜੇ ਮੈਰਿਡ ਬੱਚੇ ਨੇ ਉਹਨਾਂ ਦਾ ਅਪਲਾਈ ਨਹੀਂ ਕਰ ਸਕਦਾ। ਸਿਰਫ ਅਨਮੈਰਿਡ ਬੱਚਿਆਂ ਦਾ ਕਰ ਸਕਦਾ 21 ਸਾਲ ਤੋਂ ਘੱਟ ਤੇ 21 ਤੋਂ ਉੱਪਰ। ਅਗਲਾ ਸਵਾਲ ਹੈ ਜੀ ਕਿ F3 ਜਿਹੜਾ ਕੇਸ ਆ ਉਹ 2009 ਦੇ ਵਿੱਚ ਫਾਈਲ ਕੀਤਾ ਸੀ ਤੇ ਉਹ ਇਹ ਕਹਿ ਰਹੇ ਆ ਕਿ ਇਹਨੂੰ ਹੋਰ ਕਿੰਨਾ ਟਾਈਮ ਲੱਗੂਗਾ। ਅਜੇ F3 ਕੇਸ 8 ਚੱਲ ਰਿਹਾ ਜੀ ਤੇ ਜੇ ਤੁਹਾਡੀ ਜਿਹੜੀ ਵਾਰੀ ਆ ਉਹ ਸਾਲ ਤੱਕ ਆ ਸਕਦੀ ਹੈ ਜੀ, 1 ਸਾਲ ਹੋਰ ਲੱਗੂਗਾ ਜੀ। ਅਗਲਾ ਸਵਾਲ ਹੈ ਜੀ ਉਹ ਇਹ ਕਹਿ ਰਹੇ ਆ ਕਿ F2B ਪਟੀਸ਼ਨ ਸਾਡੀ ਜਿਹੜੀ ਆ ਸਪਟੈਂਬਰ 2018 ਦੇ ਵਿੱਚ ਅਪਲਾਈ ਹੋਈ ਸੀ ਤੇ ਅਪਰੂਵਲ 2021 ਜੁਲਾਈ 'ਚ ਆ ਗਈ ਸੀ। ਇਹ 'ਚ ਕਿੰਨਾ ਟਾਈਮ ਲੱਗੂ? ਦੇਖੋ ਜਿਹੜੀ F2B ਹੈਗੀ ਆ ਇਹ ਬੇਸਿਕਲੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਦੇ ਜਿਹੜੇ ਅਨਮੈਰਿਡ ਬੱਚੇ ਨੇ ਓਵਰ 21 ਉਹਦੀ ਜਿਹੜੀ ਪਟੀਸ਼ਨ ਆ ਤੇ ਇਹਨੂੰ ਜਿਹੜਾ ਹੈਗਾ ਉਹ ਹੁਣ ਚੱਲ ਰਿਹਾ ਜੀ ਉੱਥੇ 22 ਸਪਟੈਂਬਰ 2015 ਤੇ ਇਹਨਾਂ ਨੇ ਅਪਲਾਈ ਕੀਤਾ ਜੀ 2018 'ਚ। ਸੋ ਜੇ ਤੁਹਾਨੂੰ ਘੱਟੋ ਘੱਟ 3 ਸਾਲ ਹੋਰ ਲੱਗ ਸਕਦੇ ਆ ਜੀ। ਅਗਲਾ ਸਵਾਲ ਹੈ ਜੀ ਕਿ USA ਵਿੱਚ ਉਹ ਕਹਿੰਦੇ C1D ਵੀਜ਼ੇ ਤੇ ਹੈਗੇ ਆ ਤੇ ਇਹਨੂੰ ਕਨਵਰਟ ਕੀਤਾ ਜਾ ਸਕਦਾ ਕਿਸੇ ਹੋਰ ਚੀਜ਼ 'ਚ? ਨਹੀਂ ਕੀਤਾ ਜਾ ਸਕਦਾ ਜੀ, ਕਿਉਂਕਿ C1D ਜਿਹੜਾ ਵੀਜ਼ਾ ਬੇਸਿਕਲੀ ਹੈਗਾ ਇਹ ਕਰੂ-ਮੈਨ ਦਾ ਵੀਜ਼ਾ ਹੁੰਦਾ। ਸ਼ਿਪ ਤੇ ਜਿਹੜੇ ਲੋਕੀ ਆਪਣੇ ਮਰਚੈਂਟ ਨੇਵੀ ਵਗੈਰਾ 'ਚ ਕੰਮ ਕਰਦੇ ਆ, ਸ਼ਿਪ ਤੇ ਕੰਮ ਕਰਦੇ ਆ, ਉਹਨਾਂ ਨੂੰ ਐਂਟਰੀ ਮਿਲਦੀ ਆ ਤੇ ਉਹਦਾ ਸ਼ਰਤ ਆ ਵੀ ਉਸੇ ਐਂਟਰੀ 'ਚ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਸ਼ਿਪ ਤੇ ਜੇ ਉਹ ਇੱਥੇ ਓਵਰਸਟੇ ਕਰ ਜਾਂਦੇ ਆ ਤਾਂ ਉਹ ਸਿਟੀਜ਼ਨ ਦਾ ਵਿਆਹ ਵਗੈਰਾ ਕਰਾ ਕੇ ਤੇ 'ਚ ਕਨਵਰਟ ਨਹੀਂ ਕਰ ਸਕਦੇ, ਜਿਵੇਂ ਕਿ B1 B2 ਵਿਜ਼ਟਰ ਵੀਜ਼ੇ ਵਾਲੇ ਜਾਂ ਸਟੂਡੈਂਟ ਵੀਜ਼ੇ ਵਾਲੇ ਕਰ ਸਕਦੇ, ਪਰ ਇਹ ਨਹੀਂ ਕਰ ਸਕਦੇ। ਅਸਾਈਲਮ ਦਾ ਕੇਸ ਜੇ ਕੋਈ ਪ੍ਰੋਬਲਮ ਉਹਨਾਂ ਨੂੰ ਹੋਵੇ ਕਈ ਲਾ ਦਿੰਦੇ ਨੇ ਤੇ ਉਹ ਲੱਗ ਸਕਦਾ, ਪਰ ਉਹ ਵੀ ਤਾਂ ਜੇ ਅਸਲੀ ਹੋਵੇ ਜੇ ਕੋਈ ਪ੍ਰੋਬਲਮ ਹੈ, ਕਿਉਂਕਿ ਮੈਂ ਹਮੇਸ਼ਾ ਰਿਕਮੈਂਡ ਕਰਦਾ ਵੀ ਜੇ ਪੋਲੀਟੀਕਲ ਅਸਾਈਲਮ ਦੇ ਕੇਸ ਹੋਣ ਜਾਂ ਵਿਆਹ ਦੇ ਕੇਸ ਹੋਣ ਇਹ ਤਾਂ ਲਾਓ ਜੇ ਅਸਲੀ ਆ। ਇਹ ਸਿਰਫ ਵਰਕ ਪਰਮਿਟ ਲੈਣ ਲਈ ਇਹ ਨਾ ਲਾਓ, ਜੇ ਤੁਹਾਨੂੰ ਕੋਈ ਰੀਅਲੀ ਪ੍ਰੋਬਲਮ ਵਗੈਰਾ ਉੱਥੇ ਆ ਫੇਰ ਲਾਓ। ਅਗਲਾ ਸਵਾਲ ਹੈ ਜੀ ਕਿ ਤੁਸੀਂ ਸਾਨੂੰ ਅਸਾਈਲਮ ਦੇ ਜਿਹੜੇ 5 ਗਰਾਊਂਡ ਤੇ ਉਹ ਸਾਰੇ ਸਿਸਟਮ ਬਾਰੇ ਡਿਟੇਲ 'ਚ ਜਾਣਕਾਰੀ ਦਿਓ। ਇਹਦੇ ਬਾਰੇ ਮੈਂ ਹੁਣ ਇੱਕ ਸੀਰੀਜ਼ ਜਿਹੜੀ ਸ਼ੁਰੂ ਕਰਨ ਜਾ ਰਿਹਾ ਜੀ ਜਲਦ, ਤੇ ਉਹਦੇ ਵਿੱਚ ਇਹ ਹੋਊਗਾ ਵੀ ਇੱਕ ਵੀਡੀਓ ਦੇ ਵਿੱਚ ਤਾਂ ਉਹ ਸਾਰਾ ਜਿਹੜਾ ਪ੍ਰੋਸੈਸ ਐਕਸਪਲੇਨ ਨਹੀਂ ਕੀਤਾ ਜਾਣਾ, ਉਹ ਲੜੀਵਾਰ ਰੱਖਾਂਗੇ ਕਿ ਉਹਨੂੰ ਸ਼ੁਰੂ ਕਰਕੇ ਵੀ ਇਹ ਪ੍ਰੋਸੈਸ ਹੈ ਕੀ ਆ, ਲਾਅ ਕੀ ਹੈ, ਇਹਦੇ ਕਿਹੜੇ ਗਰਾਊਂਡ ਨੇ, ਉਹਨਾਂ ਗਰਾਊਂਡ ਤੇ ਕੀ ਰਿਸਟ੍ਰਿਕਸ਼ਨਸ ਨੇ, ਉਸ ਤੋਂ ਬਾਅਦ ਇਹਦੇ ਜਿਹੜਾ ਹੈਗਾ ਕੀ ਪ੍ਰੋਸੈਸ ਹੈ, ਵਿਦਹੋਲਡਿੰਗ ਆਫ ਰਿਮੂਵਲ ਕੀ ਆ, ਪ੍ਰੋਟੈਕਸ਼ਨ ਅੰਡਰ ਕੈਟ ਕੀ ਆ, ਇਹਦਾ ਜਿਹੜਾ ਸਿਸਟਮ ਕੋਰਟ ਦਾ ਕੀ ਆ, ਅਪੀਲਾਂ ਕੀ ਨੇ, ਉਹ ਸਾਰਾ ਜਿਹੜਾ ਉਹ ਆਪਾਂ ਲੜੀਵਾਰ ਜਾਰੀ ਰੱਖਾਂਗੇ ਇਹਦਾ। ਇਸ ਤੋਂ ਬਾਅਦ ਜਦੋਂ ਇਹ ਲੜੀ ਖਤਮ ਹੋਊਗੀ ਫਿਰ ਕੋਈ ਹੋਰ ਟੌਪਿਕ ਜਿਹੜਾ ਅਗਲਾ ਹੁੰਦਾ, ਜਿਵੇਂ ਐਡਜਸਟਮੈਂਟ ਆਫ ਸਟੇਟਸ ਮੈਰਿਜ ਦਾ ਹੋ ਗਿਆ ਜਾਂ ਗਾਰਡੀਅਨਸ਼ਿਪ ਦੇ ਕੇਸ ਹੋ ਗਏ, ਉਹਨਾਂ ਦੇ ਬਾਰੇ ਆਪਾਂ ਗੱਲ ਅੱਗੇ ਤੋਂ ਅੱਗੇ ਤੋਰੀ ਜਿਹੜੀ ਹੈਗੀ ਜਾਵਾਂਗੇ ਤੇ ਉਹ ਆਪਾਂ ਹੁਣ ਜਲਦ ਸ਼ੁਰੂ ਕਰਾਂਗੇ ਤਾਂ ਕਿ ਤੁਹਾਨੂੰ ਜਿਹੜੇ ਲੀਗਲ ਪ੍ਰੋਸੈਸ ਬਾਰੇ ਵੀ ਜਾਣਕਾਰੀ ਮਿਲ ਸਕੇ। ਹੁਣ ਖਬਰਾਂ ਬਾਰੇ ਤਾਂ ਆਪਾਂ ਦੱਸਦੇ ਹੀ ਆ, ਜੋ ਇੰਪੋਰਟੈਂਟ ਹੁੰਦੀਆਂ ਵੀਕ ਦੀਆਂ ਦੱਸਾਂਗੇ, ਪਰ ਨਾਲ ਦੀ ਨਾਲ ਜਿਹੜਾ ਲਾਅ ਹੈ ਅਮਰੀਕਾ ਦਾ ਉਹਦੇ ਬਾਰੇ ਵੀ ਜਾਣਕਾਰੀ ਦੇਣ ਵਾਸਤੇ ਉਹ ਆਪਾਂ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਰਹੇ ਹਾਂ ਪ੍ਰੋਸੈਸ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 'ਚ ਮਾਰਚ 2003 'ਚ ਅਪਲਾਈ ਕੀਤਾ ਸੀ, ਇੰਟਰਵਿਊ ਅਜੇ ਤੱਕ ਨਹੀਂ ਆਈ। ਦੇਖੋ F4 ਕੈਟੇਗਰੀ 'ਚ ਤਾਂ ਹੁਣ ਸਤੰਬਰ 2005 ਚੱਲ ਰਿਹਾ, ਤੁਹਾਡੀ ਇੰਟਰਵਿਊ ਨਹੀਂ ਆਈ ਤੇ ਇਹ ਬੜੀ ਹੈਰਾਨੀ ਦੀ ਗੱਲ ਆ, ਕਿਉਂਕਿ ਹੁਣ ਤਾਂ 2003 ਵਾਲੇ ਤਾਂ ਮੋਗੇ ਹੋਣੇ ਸਾਰੇ ਤੇ ਜ਼ਿਆਦਾ ਤੁਹਾਡੇ ਪੇਪਰ ਉੱਥੇ ਜਿਹੜੇ ਸਹੀ ਨਹੀਂ ਪਹੁੰਚੇ ਜਾਂ ਕੋਈ ਚੀਜ਼ ਦੀ ਲੋੜ ਆ, ਇਹ ਪਤਾ ਕਰੋ। ਤੁਹਾਨੂੰ ਇਹਦੇ ਬਾਰੇ ਜੇ ਕੋਈ ਵਕੀਲ ਆ ਤਾਂ ਉਹਨੂੰ ਪਤਾ ਕਰਨਾ ਚਾਹੀਦਾ, ਜਾਂ ਤੁਸੀਂ ਆਪ ਕਰੋ ਜਾਂ ਸਾਨੂੰ ਈਮੇਲ ਕਰ ਦਿਓ jpsinghattorney@gmail, ਅਸੀਂ ਪਤਾ ਕਰਕੇ ਦੇਖ ਲੈਂਦੇ ਹਾਂ ਵੀ ਕੀ ਪ੍ਰੋਬਲਮ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਅਸੀਂ 2005 'ਚ ਅਪਲਾਈ ਕੀਤਾ ਸੀ, ਇੰਟਰਵਿਊ ਨਹੀਂ ਆਈ। ਇਹ ਮੇਰੇ ਖਿਆਲ F4 ਕੈਟੇਗਰੀ ਦੀ ਗੱਲ ਕਰ ਰਹੇ ਆ। ਜਿਹੜੀ F4 ਦੀ ਹੁਣ ਕਰੰਟ ਚੱਲ ਰਹੀ ਆ ਉਹ ਸਤੰਬਰ 1, 2005 ਆ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਸਤੰਬਰ ਤੋਂ ਪਹਿਲੇ ਆ, ਜਿੱਦਾਂ ਅਗਸਤ 2005 ਵਾਲੇ ਜਾਂ ਜੁਲਾਈ ਵਾਲੇ ਉਹਦੀ ਇੰਟਰਵਿਊ ਹੋ ਗਈ, ਉਹਦਾ ਮਤਲਬ ਆ ਵੀ ਉੱਥੋਂ ਤੱਕ ਇੰਟਰਵਿਊ ਕਰ ਰਹੇ ਨੇ। ਸੋ ਮੈਂ ਇਹੋ ਜਿਹੇ ਕਈ ਕੇਸਾਂ ਨੂੰ ਜਾਣਦਾ ਜਿਨ੍ਹਾਂ ਨੇ ਕਿ ਜਨਵਰੀ 2005 'ਚ ਅਪਲਾਈ ਕੀਤਾ ਜਾਂ ਮਾਰਚ 5 'ਚ ਕੀਤਾ, ਅਜੇ ਤੱਕ ਉਹਨਾਂ ਦੀ ਇੰਟਰਵਿਊ ਨਹੀਂ ਆਈ। ਸੋ ਇਸ ਕਰਕੇ ਤੁਸੀਂ ਵੇਟ ਕਰੋ, ਉਹਨਾਂ ਨੂੰ ਈਮੇਲ ਕਰੋ। ਜੇ ਤੁਹਾਡਾ ਕੋਈ ਰੈਪਰੈਜ਼ੈਂਟੇਟਿਵ ਜਾਂ ਵਕੀਲ ਆ ਉਹਨੂੰ ਕੋ ਕੰਟੈਕਟ ਕਰੇ ਤਾਂ ਇੰਟਰਵਿਊ ਆਏਗੀ, ਪਰ ਇਹਨੂੰ ਟਾਈਮ ਲੱਗ ਸਕਦਾ ਜੀ। ਅਗਲਾ ਸਵਾਲ ਹੈ ਜੀ ਕਿ ਫਿਆਂਸੇ ਵੀਜ਼ੇ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ ਕਿ ਨਹੀਂ? ਹਾਂਜੀ ਹੋ ਰਹੀਆਂ ਨੇ। ਫਿਆਂਸੇ ਵੀਜ਼ਾ ਤਾਂ US ਸਿਟੀਜ਼ਨ ਜਿਹੜਾ ਉਹੀ ਅਪਲਾਈ ਕਰ ਸਕਦਾ, ਗ੍ਰੀਨ ਕਾਰਡ ਹੋਲਡਰ ਨਹੀਂ ਕਰ ਸਕਦਾ। ਸੋ ਸਿਟੀਜ਼ਨ ਜਦੋਂ ਜਾ ਕੇ ਕਿਸੇ ਕੰਟਰੀ ਦੇ ਵਿੱਚ ਮੰਗਣਾ ਕਰਕੇ ਆਪਣੇ ਫਿਆਂਸੇ ਨੂੰ ਲੈ ਕੇ ਆਉਂਦਾ, ਉਹ ਵੀਜ਼ਾ ਹੁੰਦਾ ਉਹ, ਤੇ ਇਹਦੇ ਤੇ ਕੋਈ ਬੈਨ ਨਹੀਂ, ਕੁਛ ਨਹੀਂ, ਲੇਕਿਨ ਇਹਨੂੰ ਟਾਈਮ ਲੱਗ ਰਿਹਾ ਜਿਵੇਂ ਐਜ਼ ਬਾਕੀ ਇੰਟਰਵਿਊਜ਼ ਨੂੰ ਲੱਗ ਰਿਹਾ, ਇਹਨੂੰ ਵੀ ਲੱਗ ਰਿਹਾ, ਪਰ ਹੋ ਰਹੀਆਂ ਨੇ। ਅਗਲਾ ਸਵਾਲ ਹੈ ਜੀ ਕਿ ਵਿਜ਼ਟਰ ਵੀਜ਼ੇ ਬਾਰੇ ਦੱਸੋ ਜੀ ਕਿ ਅਮਰੀਕਾ ਦਾ ਵਿਜ਼ਟਰ ਵੀਜ਼ਾ ਕਦੋਂ ਖੁੱਲ੍ਹੇਗਾ? ਇਹਦੇ ਬਾਰੇ ਜੇ ਕੁਛ ਨਹੀਂ ਦੱਸ ਸਕਦੇ ਜੀ। ਪਿੱਛੇ ਸਰਕਾਰ ਦੀ ਐਡਵਾਈਜ਼ਰੀ ਆਈ ਸੀਗੀ ਕਿ ਅਸੀਂ ਅਜੇ ਨਹੀਂ ਖੋਲ੍ਹਣਾ, ਜਿਹੜੇ ਕੰਟਰੀ 'ਤੇ ਬੈਨ ਲੱਗਿਆ ਇੱਦਾਂ ਹੀ ਲੱਗਿਆ ਰਹੇਗਾ। ਸੋ ਇਹਨੂੰ ਟਾਈਮ ਲੱਗੇਗਾ ਹੋਪਫੁਲੀ। ਸੋ ਇਹਦੇ ਬਾਰੇ ਆਪਾਂ ਅਜੇ
ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਉਹ ਕਹਿੰਦੇ ਨੇ ਅਪਰੂਵ ਹੋ ਕੇ NVC ਕੋਲ ਚਲਿਆ ਗਿਆ, ਉੱਥੇ ਫੀ ਪੇ ਕਰਤੀ, ਕਿੰਨਾ ਟਾਈਮ ਲੱਗੂ? NVC ਤੋਂ ਬਾਅਦ ਅੱਗੇ ਤਾਂ ਪਹਿਲਾਂ 2-3 ਮਹੀਨੇ 'ਚ ਹੀ ਕੇਸ ਅਪਰੂਵ ਹੋ ਕੇ ਅੰਬੈਸੀ ਚਲਾ ਜਾਂਦਾ ਸੀ, ਪਰ ਹੁਣ ਅੱਜ ਕੱਲ੍ਹ ਜ਼ਿਆਦਾ ਟਾਈਮ ਲੱਗ ਰਿਹਾ। NVC ਤੋਂ ਬਾਅਦ 3 ਤੋਂ 6 ਮਹੀਨੇ ਲੱਗ ਸਕਦੇ, ਜ਼ਿਆਦਾ ਵੀ ਲੱਗ ਸਕਦਾ, ਡਿਪੈਂਡਿੰਗ ਔਨ ਕਿ ਕੀ ਕੇਸ ਆ, ਕੀ ਡਾਕੂਮੈਂਟੇਸ਼ਨ ਆ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 'ਚ ਅਪਲਾਈ ਕੀਤਾ ਸੀ 2008 'ਚ, ਅਤੇ ਇਹਨੂੰ ਕੋਈ ਤੇਜ਼ ਕਰਨ ਦਾ ਤਰੀਕਾ ਹੈਗਾ ਜਾਂ ਮੈਂ ਵਿਜ਼ਟਰ ਵੀਜ਼ੇ 'ਤੇ ਆ ਸਕਦਾ? ਇਹਨੂੰ ਕੋਈ ਐਕਸਪੀਡੇਟ ਕਰਨ ਦਾ ਤਰੀਕਾ ਨਹੀਂ ਹੈ ਜੀ, ਕਿਉਂਕਿ ਜਿਹੜਾ F4 ਕੈਟੇਗਰੀ ਹੈ 'ਚ ਹੁਣ 2005 ਚੱਲ ਰਿਹਾ, ਤੁਹਾਡਾ 8 ਜਾਂ 3 ਸਾਲ ਲੱਗਣਗੇ। ਤੁਹਾਡਾ ਸਵਾਲ ਹੈ ਵੀ ਇਹਨੂੰ ਕੋਈ ਫਾਸਟ ਕੀਤਾ ਜਾ ਸਕਦਾ? ਉਹ ਕੋਈ ਤਰੀਕਾ ਨਹੀਂ ਫਾਸਟ ਕਰਨ ਦਾ, ਜਿੰਨਾ ਟਾਈਮ ਲੱਗਣਾ ਉਹਨਾਂ ਲੱਗਣਾ, ਕਿਉਂਕਿ ਵੀਜ਼ਾ ਨੰਬਰਸ ਬੜੇ ਘੱਟ ਹੁੰਦੇ ਨੇ ਜਿਹੜੇ ਅਵੇਲੇਬਲ ਨੇ, ਉਹਨਾਂ ਦੇ ਵਿੱਚ ਹੀ ਵੀਜ਼ੇ ਇਸ਼ੂ ਹੁੰਦੇ ਆ। ਅਤੇ ਇਹਦੇ ਵਿੱਚ ਜੇ ਕੋਈ ਹੋਰ ਤਰੀਕੇ ਨਾਲ ਕੋਈ ਬੰਦਾ ਜਿਵੇਂ ਵਿਜ਼ਟਰ ਵਗੈਰਾ ਟਰਾਈ ਕਰੇ, ਉਹ ਵੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਉਹਦਾ ਕਾਰਨ ਇਹ ਆ ਕਿ ਜਦੋਂ ਤੁਸੀਂ ਵਿਜ਼ਟਰ ਅਪਲਾਈ ਕਰਦੇ ਹੋ, ਉਹ 'ਚ ਭਰਨਾ ਪੈਂਦਾ ਕਿ ਤੁਹਾਡਾ ਕਿਸੇ ਨੇ ਅਪਲਾਈ ਕੀਤਾ ਕਿ ਨਹੀਂ। ਜੇ ਤੁਸੀਂ ਭਰੋਗੇ ਵੀ ਹਾਂ ਕੀਤਾ ਅਪਲਾਈ, ਤਾਂ ਉਹ ਫਿਰ ਤੁਹਾਨੂੰ ਵਿਜ਼ਟਰ ਵੀਜ਼ਾ ਉਹਦੀ ਬੇਸ 'ਤੇ ਰਿਫਿਊਜ਼ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ੇ ਬਾਰੇ ਅਪਡੇਟ ਦਿਓ। B1 B2 ਵੀਜ਼ੇ ਬਾਰੇ ਅਪਡੇਟ ਇਹੀ ਹੈ ਜੀ ਕਿ ਅਜੇ ਤੱਕ ਉਹ ਬੈਨ ਜਿਹੜਾ ਲੱਗਿਆ ਸੀ ਨਹੀਂ ਖੁੱਲ੍ਹਿਆ, ਅਤੇ ਜਿੰਨੀ ਦੇਰ ਉਹ ਨਹੀਂ ਖੁੱਲ੍ਹੂਗਾ ਉਨੀ ਦੇਰ ਤੱਕ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਨਹੀਂ ਸਬਮਿਟ ਹੋਣੀਆਂ ਅਤੇ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਉਹ ਵੀ ਨਹੀਂ ਆ ਸਕਦੇ। ਸੋ ਇਹ ਹੁਣ ਦੇਖੋ ਕਿੰਨਾ ਟਾਈਮ ਲੱਗੂਗਾ ਇਹਨੂੰ, ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ 601 ਵੇਵਰ ਨੂੰ 8 ਮਹੀਨੇ ਹੋ ਚਲੇ, ਕਿੰਨਾ ਟਾਈਮ ਲੱਗੂ? 601 ਵੇਵਰ ਨੂੰ ਨੋਰਮਲੀ 6 ਤੋਂ ਲੈ ਕੇ 9 ਮਹੀਨੇ ਦਾ ਟਾਈਮ ਹੁੰਦਾ, ਅਤੇ ਜੇ 8 ਮਹੀਨੇ ਹੋ ਗਏ ਇਹਨੂੰ, ਹੋ ਸਕਦਾ ਮਹੀਨਾ 2 ਮਹੀਨੇ ਹੋਰ ਲੱਗ ਜਾਣ, ਪਰ ਜ਼ਿਆਦਾ ਵੀ ਲੱਗ ਸਕਦਾ। ਅੱਜ ਕੱਲ੍ਹ ਸਲੋ ਆ, ਪਰ ਇਹਦਾ ਅੱਜ ਕੱਲ੍ਹ ਜਿਹੜਾ ਹੈਗਾ ਉਹ ਨੋਰਮਲ ਟਾਈਮ ਹੀ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ ਮੇਰੀ ਸਿਸਟਰ ਨੇ ਮੇਰਾ ਅਪਲਾਈ ਕੀਤਾ ਸੀ, ਅਤੇ ਪ੍ਰੋਸੈਸਿੰਗ ਟਾਈਮ ਕਿੰਨੇ ਸਾਲ ਦਾ ਹੈਗਾ? ਇਹ ਟਾਈਮ ਘਟਣ ਦੀ ਉਮੀਦ ਹੈ ਕਿ ਨਹੀਂ? ਇਹ ਜਿਹੜਾ F4 ਕੈਟੇਗਰੀ ਹੈ ਇਹਦੇ 'ਚ ਅੱਜ ਕੱਲ੍ਹ 15 ਸਾਲ ਲੱਗ ਰਹੇ ਆ ਜੀ, ਅਤੇ ਘਟਣ ਦੀ ਉਮੀਦ ਅਜੇ ਤਾਂ ਲੱਗ ਨਹੀਂ ਰਹੀ, ਪਰ ਤੁਰ ਰਹੀ ਹੈ। ਕੈਟੇਗਰੀ ਸਲੋ ਆ, ਪਰ ਆਉਂਦੇ ਸਾਲਾਂ ਵਿੱਚ ਜਾਂ ਹੁਣ ਅਗਲੇ ਸਾਲ ਦੇਖਾਂਗੇ ਵੀ ਇਹ ਕੀ ਫਾਸਟ ਹੁੰਦੀ ਆ, ਪਰ ਆਹ ਸਾਲ ਤਾਂ ਜੇ ਲੱਗਦਾ ਵੀ ਸਲੋ ਹੀ ਰਹੂਗੀ। ਬਾਕੀ ਹੁਣ ਟਾਈਮ ਦੱਸੂਗਾ ਕਿ ਕਿੰਨੀ ਕੁ ਤੇਜ਼ ਹੁੰਦੀ ਆ। ਅਗਲਾ ਸਵਾਲ ਹੈ ਜੀ ਕਿ ਅਸੀਂ F3 ਕੈਟੇਗਰੀ 'ਚ 2011 'ਚ ਅਪਲਾਈ ਕੀਤਾ ਸੀ, 15 'ਚ ਅਪਰੂਵਲ ਆ ਗਈ ਸੀ, ਅਤੇ ਬੇਟੇ ਦੀ ਉਮਰ ਹੁਣ 20 ਸਾਲ ਆ, ਉਹ ਆ ਸਕਦਾ ਕਿ ਨਹੀਂ, ਅਤੇ ਕੀ ਉਹਨੂੰ ਸਟੱਡੀ ਕਰਨੀ ਕੰਪਲਸਰੀ ਆ? ਦੇਖੋ F3 ਕੈਟੇਗਰੀ 'ਚ ਮੈਂ ਦੱਸ ਕੇ ਹਟਿਆ 8 ਨਵੰਬਰ 2008 ਚੱਲ ਰਿਹਾ, ਅਤੇ ਅਜੇ ਤੁਸੀਂ 11 'ਚ ਕੀਤਾ, 3 ਸਾਲ ਹੋਰ ਲੱਗਣਗੇ। ਜੇ ਉਹਦੀ ਉਮਰ ਹੁਣ 20 ਸਾਲ ਹੈਗੀ ਆ, 3 ਸਾਲ ਨੂੰ 23 ਹੋ ਜਾਣੀ ਆ, ਅਤੇ ਜਿਹੜਾ ਅਪਲਾਈ ਅਤੇ ਅਪਰੂਵਲ ਦਾ ਟਾਈਮ ਹੈ ਉਹ ਉਹਦੀ ਉਮਰ 'ਚੋਂ ਕੱਢਣਾ ਪਊਗਾ। ਜੇ ਕੱਢ ਕੇ 21 ਸਾਲ ਤੋਂ ਘੱਟ ਰਹਿ ਗਿਆ ਤਾਂ ਆ ਸਕਦਾ। ਇਹਦੇ 'ਚ ਰਿਕੁਆਇਰਮੈਂਟ ਇਹ ਆ ਕਿ ਅਨਮੈਰਿਡ ਬੱਚਾ ਹੋਣਾ ਚਾਹੀਦਾ, ਪਰ ਜਿਹੜੀ ਪੜ੍ਹਾਈ ਦੀ ਕੋਈ ਐਡੀ ਰਿਕੁਆਇਰਮੈਂਟ ਨਹੀਂ ਹੈਗੀ। ਸੋ ਜੇ ਨਹੀਂ ਵੀ ਪੜ੍ਹਦਾ ਤਾਂ ਇਹਦੇ 'ਤੇ ਐਡਾ ਫਰਕ ਨਹੀਂ ਪੈਣਾ, ਪਰ ਮੇਰਾ ਜ਼ਿਆਦਾ ਜਿਹੜਾ ਹੈਗਾ ਉਹ ਸਵਾਲ ਇਹੀ ਆ ਕਿ ਮਤਲਬ ਪੜ੍ਹਨਾ ਜ਼ਰੂਰ ਚਾਹੀਦਾ। ਮੈਂ ਰਿਕਮੈਂਡ ਕਰਦਾ ਕਿ ਉਹ ਪੜ੍ਹੇ, ਪਰ ਜਿਹੜੀ ਇੱਥੇ ਲਾਅ ਦੀ ਰਿਕੁਆਇਰਮੈਂਟ ਆ ਉਹ ਬੇਸਿਕਲੀ ਇਹੀ ਆ ਕਿ ਤੁਸੀਂ ਇਹਨੂੰ ਜਿਹੜਾ ਹੈਗਾ ਉਹ ਅਨਮੈਰਿਡ ਰਹੋ, ਅਤੇ ਜੇ ਅਨਮੈਰਿਡ ਹੈਗਾ ਤਾਂ ਫਿਰ 21 ਸਾਲ ਤੋਂ ਉੱਪਰ, ਅਤੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਆਉਂਦਾ ਤਾਂ ਜ਼ਰੂਰ ਆ ਸਕਦਾ। ਅਗਲਾ ਸਵਾਲ ਹੈ ਜੀ ਕਿ C1D ਵੀਜ਼ੇ 'ਤੇ ਐਂਟਰੀ ਹੋਈ ਸੀ ਜੂਨ 2021 'ਚ, ਅਤੇ US ਸਿਟੀਜ਼ਨ ਦੇ ਨਾਲ ਵਿਆਹ ਹੋ ਗਿਆ, ਅਤੇ ਵਾਪਸ ਜਾਣ ਲਈ ਵੇਵਰ ਕਰਨਾ ਪਏਗਾ 601 ਨੇ? ਹਾਂਜੀ ਕਰਨਾ ਪਏਗਾ, ਕਿਉਂਕਿ C1D ਵਾਲਾ ਇੱਥੇ ਸਟੇਟਸ ਐਡਜਸਟ ਨਹੀਂ ਕਰ ਸਕਦਾ, ਉਹਨੂੰ ਆਪਣੀ ਕੰਟਰੀ ਜਾਣਾ ਪੈਂਦਾ, ਅਤੇ ਫਿਰ ਜਿਹੜਾ ਹੈਗਾ ਉਹ ਵੇਵਰ ਉਹ ਕਰਨਾ ਜ਼ਰੂਰ ਪਏਗਾ। ਜਿਹੜੇ ਇੱਥੇ ਰਹਿ ਕੇ ਕਰਦੇ ਉਹਨੂੰ 601 ਇਹ ਕਹਿੰਦੇ, ਜਦੋਂ ਉੱਥੋਂ ਕਰਦੇ ਆ ਉਹਨੂੰ 601 ਕਹਿੰਦੇ ਨੇ, ਅਤੇ ਉਹ ਵੇਵਰ ਇਹਦੇ ਵਿੱਚ ਜ਼ਰੂਰ ਕਰਨਾ ਪਏਗਾ। ਅਗਲਾ ਸਵਾਲ ਹੈ ਜੀ ਕਿ ਮੇਰਾ ਸੈਲਮ ਦਾ ਕੇਸ ਫਰਵਰੀ 2020 ਦੇ ਵਿੱਚ ਉਹਦੀ ਇੰਟਰਵਿਊ ਹੋਈ ਸੀ, ਕੋਈ ਰਿਜ਼ਲਟ ਨਹੀਂ ਆਇਆ, ਕਿੰਨਾ ਟਾਈਮ ਲੱਗੂਗਾ? ਇਹ ਡਿਪੈਂਡ ਕਰਦਾ ਜੀ ਕਿ ਜਿਹੜੇ ਆਮ ਜੱਜ ਹੁੰਦੇ ਨੇ ਇਮੀਗ੍ਰੇਸ਼ਨ ਦੇ, ਉਹ ਤਾਂ ਜਿਹੜਾ ਡਿਸੀਜਨ ਆ ਉਹ 3 ਤੋਂ 6 ਮਹੀਨੇ 'ਚ ਭੇਜ ਦਿੰਦੇ ਆ, ਕਈ ਉਸ ਤੋਂ ਪਹਿਲਾਂ ਵੀ ਭੇਜ ਦਿੰਦੇ ਨੇ। ਜੇ ਉਹ ਕਹਿਣ ਤਾਂ ਵੀ ਜਿਹੜਾ ਹੈਗਾ ਰਿਜ਼ਰਵਡ ਹੈਗਾ ਬਾਅਦ 'ਚ ਭੇਜਾਂਗੇ ਡਿਸੀਜਨ, ਜਾਂ ਉਸ ਵੇਲੇ ਵੀ ਸੁਣਾ ਦਿੰਦੇ ਆ ਡੇਟ 'ਤੇ ਵੀ। ਪਰ ਜਿਹੜੇ ਸੈਲਮ ਅਫਸਰ ਨੇ, ਜੇ ਉੱਥੇ ਇੰਟਰਵਿਊ ਹੋਈ ਆ ਤਾਂ ਕਈ ਕੇਸ ਇੱਦਾਂ ਦੇ ਹੈਗੇ ਆ ਵੀ ਡਿਸੀਜਨ 2-2, 3-3 ਸਾਲ ਨਹੀਂ ਆਉਂਦਾ। ਸੋ ਇਸ ਕਰਕੇ ਜੇ ਸੈਲਮ ਆਫਿਸ ਕੇਸ ਸੀਗਾ ਤਾਂ ਉੱਥੇ ਪਤਾ ਕਰੋ, ਇਨਕੁਆਇਰੀ ਪਾਓ, ਤੁਹਾਡਾ ਕੋਈ ਵਕੀਲ ਆ ਉਹਨੂੰ ਕਹੋ ਵੀ ਉੱਥੇ ਪੈਰਵੀ ਕਰੇ, ਅਤੇ ਉਹ ਰਿਜ਼ਲਟ ਜਿਹੜਾ ਹੈਗਾ ਉੱਥੋਂ ਫਿਰ ਉਹ ਦੇ ਸਕਦੇ ਆ। ਅਗਲਾ ਸਵਾਲ ਹੈ ਜੀ ਦਿੱਲੀ ਅੰਬੈਸੀ ਕਦੋਂ ਓਪਨ ਹੋਵੇਗੀ? ਵਿਜ਼ਟਰ ਵੀਜ਼ੇ ਵਾਸਤੇ ਤਾਂ ਜੇ ਕਹਿ ਨਹੀਂ ਸਕਦੇ ਕਿਉਂਕਿ ਅਜੇ ਉਹ ਬੈਨ ਜਾਰੀ ਆ, ਪਰ ਸਾਡੀ ਕੋਸ਼ਿਸ਼ ਹੈਗੀ ਹੈ ਕਿ ਜਿਹੜੀਆਂ ਇਮੀਗ੍ਰੈਂਟ ਵੀਜ਼ੇ ਦੀਆਂ ਇੰਟਰਵਿਊਆਂ ਹੁਣ ਮੁੰਬਈ 'ਚ ਹੁੰਦੀਆਂ ਨੇ, ਬੰਬੇ ਜਾ ਕੇ ਹੁੰਦੀਆਂ, ਉਹ ਦਿੱਲੀ ਹੋ ਜਾਣ। ਉਹਦੇ ਬਾਰੇ ਅਸੀਂ ਇੱਥੇ ਜਿਹੜੇ ਅਮਰੀਕਾ ਦੇ ਲੀਡਰ ਨੇ, ਜਿਹੜੇ ਇਹਨਾਂ ਦੇ ਮਤਲਬ ਸੈਨੇਟਰ ਨੇ, ਕਾਂਗਰਸਮੈਨ ਨੇ, ਸਟੇਟ ਡਿਪਾਰਟਮੈਂਟ ਦੇ ਅਫਸਰ ਨੇ, ਉਹਨਾਂ ਨੂੰ ਮਿਲ ਰਹੇ ਆ,
ਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਹੋਵੇ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣਾ ਸੌਖਾ, ਬੰਬੇ ਜਾਣਾ ਬਹੁਤ ਔਖਾ। ਸੋ ਇਸ ਕਰਕੇ ਅਸੀਂ ਉਹਦੀ ਜਿਹੜੀ ਹੈਗੀ ਆ ਉਹ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ। ਆਉਂਦੇ ਦਿਨਾਂ ਵਿੱਚ ਦੱਸਾਂਗੇ ਜਿਹਦੇ ਵਿੱਚ ਕੋਈ ਕਾਮਯਾਬੀ ਮਿਲਦੀ ਆ। ਤੇ ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਮਾਮਾ ਜੀ ਨੇ ਮੇਰੀ ਮਦਰ ਦਾ ਤੇ ਫਾਦਰ ਦਾ 2009 ਚ ਅਪਲਾਈ ਕੀਤਾ ਸੀ ਤੇ ਮੇਰਾ ਇੱਥੇ ਅਸਾਈਲਮ ਦਾ ਕੇਸ ਲੱਗਿਆ ਤੇ ਕੀ ਮੇਰੇ ਮਦਰ ਫਾਦਰ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਤਾਂ ਮੈਂ ਉਹ 'ਚ ਕਵਰ ਹੋ ਸਕਦਾ। ਦੇਖੋ ਇਸ ਤਰ੍ਹਾਂ ਕਿ ਮਤਲਬ F4 ਕੈਟਾਗਰੀ ਦੀ ਗੱਲ ਕਰ ਰਹੇ ਨੇ। 9 ਚ ਅਪਲਾਈ ਕੀਤਾ, ਅਜੇ ਤਾਂ 2005 ਚੱਲ ਰਿਹਾ, 4 ਸਾਲ ਲੱਗਣਗੇ ਤੇ ਟੂਰਿਸਟ ਵੀਜ਼ਾ ਨਹੀਂ ਲੱਗ ਸਕਦਾ, ਕਿਉਂਕਿ ਟੂਰਿਸਟ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਉਹ 'ਚ ਭਰਨਾ ਪੈਂਦਾ ਕਿ ਤੁਹਾਡਾ ਜਿਹੜਾ ਉਹ ਕੇਸ ਆ ਉਹ ਤੁਸੀਂ ਇਮੀਗ੍ਰੈਂਟ ਵੀਜ਼ੇ ਲਈ ਅਪਲਾਈ ਕੀਤਾ ਕਿ ਨਹੀਂ ਕੀਤਾ, ਕਹਿਣਾ ਪੈਂਦਾ ਵੀ ਹਾਂ ਕੀਤਾ। ਉਹਦੇ 'ਚੋਂ ਮਿਲਣਾ ਨਹੀਂ, ਬਹੁਤ ਘੱਟ ਚਾਂਸ ਹੈ। ਤੁਸੀਂ ਇੱਥੇ ਆਏ ਹੋ, ਤੁਸੀਂ ਇਹ 'ਚ ਕਵਰ ਨਹੀਂ ਹੋ ਸਕਦੇ ਕਿਉਂਕਿ ਤੁਹਾਡਾ ਓਵਰਸਟੇ ਗਿਣਿਆ ਜਾਊਗਾ ਇਸ ਪਰਪਸ ਲਈ ਤੇ ਤੁਹਾਨੂੰ ਅਸਾਈਲਮ ਤੇ ਹੀ ਰਹਿਣਾ ਪੈਣਾ। ਇਹ ਤੁਹਾਨੂੰ ਇੱਥੇ ਅਮਰੀਕਾ 'ਚ ਰਹਿ ਕੇ ਇਹ ਜਿਹੜੀ ਕੈਟਾਗਰੀ ਹੈ ਕੋਈ ਬੈਨੀਫਿਟ ਨਹੀਂ ਦੇ ਸਕਦੀ। ਅਗਲਾ ਸਵਾਲ ਹੈ ਜੀ ਕਿ ਮੇਰਾ ਬੇਟਾ US ਸਟੱਡੀ ਵੀਜ਼ੇ ਤੇ ਗਿਆ ਸੀ ਤੇ 2016 ਦੇ ਵਿੱਚ ਤੇ ਬਾਅਦ ਦੇ ਵਿੱਚ ਉਹਨੇ ਅਸਾਈਲਮ ਲਾਤਾ ਤੇ ਹੁਣ ਸਿਟੀਜ਼ਨ ਲੜਕੀ ਨਾਲ ਉਹਦੀ ਕੋਰਟ ਮੈਰਿਜ ਹੋ ਗਈ ਆ ਤੇ ਗ੍ਰੀਨ ਕਾਰਡ ਅਪਲਾਈ ਜਿਹੜਾ ਹੈਗਾ ਕੀਤਾ ਕਿੰਨਾ ਟਾਈਮ ਲੱਗੂਗਾ। ਜਿਹੜਾ ਸਟੂਡੈਂਟ ਵੀਜ਼ੇ ਤੇ ਗਿਆ, F1 ਵੀਜ਼ੇ ਤੇ ਗਿਆ ਦਾ ਮਤਲਬ ਆ ਵੀ ਲੀਗਲ ਐਂਟਰੀ ਆ ਤੇ ਉਹਨੂੰ ਤਕਰੀਬਨ ਅੱਜ ਕੱਲ੍ਹ ਜਿਹੜਾ ਵਿਆਹ ਦੇ ਕੇਸ ਨੂੰ ਸਾਲ ਤੋਂ 1.5 ਸਾਲ ਲੱਗ ਰਿਹਾ। ਜਦੋਂ ਅਪਰੂਵ ਹੋ ਗਿਆ ਉਸ ਤੋਂ ਬਾਅਦ ਅਸਾਈਲਮ ਦਾ ਕੇਸ ਜਿਹੜਾ ਬੰਦ ਕਰਾਉਣਾ ਪਊਗਾ ਤੇ ਉੱਥੇ ਗ੍ਰੀਨ ਕਾਰਡ ਮਿਲ ਜੂਗਾ। ਉਹਨਾਂ ਨੇ ਇੰਟਰਵਿਊ ਕਰਨੀ ਆ, ਪਹਿਲਾਂ 2 ਸਾਲ ਦਾ ਮਿਲੂਗਾ ਕੰਡੀਸ਼ਨਲ, ਫਿਰ 2 ਸਾਲ ਤੋਂ ਬਾਅਦ ਕੰਡੀਸ਼ਨ ਰਿਮੂਵਲ ਲਈ ਅਪਲਾਈ ਕਰਨਾ ਪੈਂਦਾ, ਪੱਕਾ ਹੁੰਦਾ। ਲੇਕਿਨ ਉਹ ਮੇਕ ਸ਼ੋਰ ਕਰਦੇ ਆ ਕਿ ਮੈਰਿਜ ਜਿਹੜੀ ਜੈਨੂਇਨ ਆ ਜਾਂ ਅਸਲੀ ਆ। ਅਗਲਾ ਸਵਾਲ ਹੈ ਜੀ US ਸਿਟੀਜ਼ਨ ਬੇਟੇ ਵੱਲੋਂ ਆਪਣੇ ਮਾਤਾ ਜੀ ਦਾ ਕੇਸ ਲਾਇਆ ਗਿਆ ਸੀ, 15 ਮਈ 2021 ਨੂੰ ਅਪਰੂਵ ਹੋ ਗਿਆ ਪਰ ਇੰਟਰਵਿਊ ਨਹੀਂ ਆਈ। ਇਹਨੂੰ ਟਾਈਮ ਲੱਗੂਗਾ ਜੀ। ਇਹ ਤਾਂ ਫਸਟ ਪ੍ਰੈਫਰੈਂਸ ਕੈਟਾਗਰੀ ਹੈਗੀ ਹੈ, ਇਹਦੇ 'ਚ ਕੋਈ ਜਿਹੜਾ ਹੈਗਾ ਉਹ ਪ੍ਰਾਇਓਰਟੀ ਡੇਟ ਦਾ ਚੱਕਰ ਨਹੀਂ ਹੈ ਪਰ ਇਹਨੂੰ ਅੱਜ ਕੱਲ੍ਹ ਸਾਲ 1.5 ਸਾਲ ਲੱਗ ਰਿਹਾ ਉਸ ਤੋਂ ਬਾਅਦ ਵੀ। ਤੇ ਤੁਸੀਂ NVC ਨਾਲ ਕੰਟੈਕਟ ਕਰੋ, ਉੱਥੇ ਸਾਰੇ ਡਾਕੂਮੈਂਟ ਆਪਣੇ ਪਹਿਲਾਂ ਭੇਜੋ। ਜੇ ਸਿਵਲ ਡਾਕੂਮੈਂਟ ਸਾਰੇ ਚਲੇ ਜਾਂਦੇ ਉਸ ਤੋਂ ਬਾਅਦ ਫਿਰ ਜਿਹੜਾ ਕੇਸ ਹੈ ਇਹ ਫਰਦਰ ਅੰਬੈਸੀ ਜਾਣਾ ਤੇ ਇਹਨੂੰ ਸਾਲ ਤੋਂ ਉੱਪਰ ਲੱਗ ਰਿਹਾ ਤੇ ਲੇਕਿਨ ਤੁਹਾਨੂੰ ਇਹਦੇ ਬਾਰੇ NVC ਨੂੰ ਕੰਟੈਕਟ ਕਰਨਾ ਚਾਹੀਦਾ ਕਿਉਂਕਿ NVC ਕੋਲ ਪਹਿਲਾਂ ਸਾਰੇ ਪੇਪਰ ਜਾਣੇ ਆ, ਤੁਹਾਡੇ ਐਫੀਡੇਵਿਟ ਆਫ ਸਪੋਰਟ ਜਾਣਾ, ਟੈਕਸ ਦੇ ਪੇਪਰ ਜਾਣੇ, ਉਹਦੇ ਨਾਲ ਜਿਹੜੀ ਹੈਗੀ ਪੁਲਿਸ ਕਲੀਅਰੈਂਸ, ਪਾਸਪੋਰਟ ਕਲੀਅਰੈਂਸ, ਉਹ ਸਾਰੀਆਂ ਜਾਣੀਆਂ। ਉਹ ਜੇ ਚਲੇ ਗਏ ਤਾਂ ਉਸ ਤੋਂ ਬਾਅਦ ਫਿਰ ਇਹ ਕੇਸ ਅੱਗੇ ਐਮਬੈਸੀ ਕੋਲ ਜਾਣਾ। ਸੋ ਉੱਥੇ ਮੇਕ ਸ਼ੋਰ ਕਰੋ ਵੀ NVC ਕੋਲ ਜਿਹੜੇ ਪੇਪਰ ਆ ਉਹ ਟਾਈਮ ਤੇ ਪਹੁੰਚ ਜਾਣ। ਅਗਲਾ ਸਵਾਲ ਹੈ ਜੀ ਕਿ F3 2011 ਚ ਕੀਤਾ ਸੀ ਤੇ 15 ਚ ਅਪਰੂਵਲ ਆ ਗਈ ਤੇ ਬੱਚੇ ਦੀ ਉਮਰ 20 ਸਾਲ ਤੋਂ ਉੱਪਰ ਜੇ ਹੋ ਜਾਵੇ ਤਾਂ ਇਹਦੇ ਬਾਰੇ ਮੈਂ ਦੱਸ ਚੁੱਕਾ ਜੀ ਪਹਿਲਾਂ ਕਿ ਜੇ ਅਜੇ ਤੁਹਾਡਾ ਉੱਥੇ 2008 ਚੱਲ ਰਿਹਾ ਤੇ 11 ਨੂੰ 3 ਸਾਲ ਲੱਗਣੇ ਆ, ਉਸ ਟਾਈਮ ਤੇ ਦੇਖਿਆ ਜਾਊਗਾ ਕਿ ਬੱਚੇ ਦੀ ਉਮਰ ਕਿੰਨੀ ਹੈ ਤੇ ਜਦੋਂ ਅਪਲਾਈ ਕੀਤਾ ਅਪਰੂਵ ਜਿਹੜਾ ਹੋਇਆ ਉਹਦਾ ਜਿਹੜਾ ਟਾਈਮ ਆ ਬੱਚੇ ਦੀ ਉਮਰ ਚੋਂ ਕੱਢਿਆ ਜਾਂਦਾ। ਜੇ 21 ਸਾਲ ਤੋਂ ਘੱਟ ਬਣ ਜੇ ਤਾਂ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ, ਪਰ ਇਹ ਉਦੋਂ ਹੀ ਹੋਣਾ ਜਦੋਂ ਕਿ ਪ੍ਰਾਇਓਰਟੀ ਡੇਟ ਕਰੰਟ ਹੋ ਗਈ। ਤੇ ਉਸ ਤੋਂ ਬਾਅਦ ਅਗਲਾ ਜੀ ਕਿ ਸਵਾਲ ਹੈ ਕਿ C1D ਵੀਜ਼ੇ ਤੇ ਅਮਰੀਕਾ ਆ ਕੇ ਅਸਾਈਲਮ ਅਸੀਂ ਅਪਲਾਈ ਕੀਤਾ, ਸਾਨੂੰ ਵਰਕ ਪਰਮਿਟ ਮਿਲ ਸਕਦਾ? ਹਾਂਜੀ, ਜੇ ਤੁਸੀਂ ਅਸਾਈਲਮ ਅਪਲਾਈ ਕੀਤਾ ਕਿਉਂਕਿ C1D ਵਾਲਾ ਵਿਆਹ ਵਗੈਰਾ ਜਾਂ ਹੋਰ ਇਸ ਤਰ੍ਹਾਂ ਕਨਵਰਟ ਨਹੀਂ ਕਰ ਸਕਦਾ ਪਰ ਅਸਾਈਲਮ ਕਰ ਸਕਦਾ। ਕਈਆਂ ਨੇ ਅਸਾਈਲਮ ਕੀਤੇ ਆ। ਵਰਕ ਪਰਮਿਟ ਉਹੀ ਕਿ ਜੇ ਤੁਸੀਂ ASAP ਦੇ ਮੈਂਬਰ ਹੈਗੇ ਹੋ ਤਾਂ 6 ਮਹੀਨੇ ਬਾਅਦ, ਅਦਰਵਾਈਜ਼ 1 ਸਾਲ ਬਾਅਦ ਤੁਹਾਨੂੰ ਵਰਕ ਪਰਮਿਟ ਅਪਲਾਈ ਕਰਨ ਤੋਂ ਬਾਅਦ ਮਿਲਦਾ ਤੇ ਉਹ ਜੇ ਤੁਹਾਡੇ ਕੋਲ ਇੰਨਾ ਟਾਈਮ ਹੋ ਗਿਆ ਤੁਸੀਂ ਲੈ ਸਕਦੇ ਹੋ। ਤੇ ਆਖਰੀ ਸਵਾਲ ਹੈ ਜੀ ਅੱਜ ਦਾ ਕਿ ਤੁਸੀਂ ਇਹ ਦੱਸੋ ਕਿ F4 ਵੀਜ਼ੇ ਅਪ੍ਰੈਲ 2006 ਚ ਅਪਲਾਈ ਕੀਤਾ ਸੀ, 9 ਚ ਅਪਰੂਵ ਹੋ ਗਿਆ ਤੇ ਇਹ ਪਹਿਲੀ ਗੱਲ ਤਾਂ ਇਹਨੂੰ ਕਿੰਨਾ ਟਾਈਮ ਲੱਗੂਗਾ। ਦੂਜੀ ਗੱਲ ਆ ਸਾਡੇ ਬੱਚੇ ਜੇ 22-23 ਸਾਲ ਦੇ ਹੁਣ ਹੋ ਜਾਣ ਤਾਂ ਉਹ ਆ ਸਕਦੇ ਆ। ਇਹਦੇ ਬਾਰੇ ਮੈਂ ਜਵਾਬ ਦੇ ਚੁੱਕਾ ਪਹਿਲੇ ਸਵਾਲਾਂ 'ਚ, ਫੇਰ ਦੇ ਦਿੰਦਾ ਕਿ 2006 ਅਪ੍ਰੈਲ ਦਾ ਹੁਣ ਚੱਲ ਰਿਹਾ ਜੀ ਸਤੰਬਰ 2005 ਤੇ ਇਹਨੂੰ ਤਕਰੀਬਨ 8 ਮਹੀਨੇ ਤੋਂ ਸਾਲ ਲੱਗ ਸਕਦਾ। ਤੇ ਜੇ ਤੁਹਾਡੀ ਅਪਰੂਵਲ 9 ਚ ਆਈ ਹੈ ਤਾਂ ਮਤਲਬ ਆ ਵੀ 6 ਚ ਅਪਲਾਈ ਕੀਤਾ ਤੇ 9 ਆਲਮੋਸਟ 3 ਸਾਲਾਂ ਬਾਅਦ ਉਹ 3 ਸਾਲ ਦਾ ਟਾਈਮ ਬੱਚੇ ਦੀ ਏਜ ਚੋਂ ਕੱਢਿਆ ਜਾਊਗਾ। ਜੇ ਕੱਢ ਕੇ 21 ਸਾਲ ਤੋਂ ਘੱਟ ਬਣਦਾ ਤਾਂ ਉਹ ਕਵਰ ਹੋ ਜਾਣਗੇ। ਲੇਕਿਨ ਉਹ ਜਿਹੜਾ ਪ੍ਰੋਸੈਸ ਆ ਜਦੋਂ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੋ ਗਈ, ਜਿਵੇਂ ਹੁਣ ਕਰੰਟ ਨਹੀਂ ਹੈ ਇਸ ਟਾਈਮ ਤੇ ਸਤੰਬਰ 2005 ਕਰੰਟ ਆ, ਜਦੋਂ ਅਪ੍ਰੈਲ 2006 ਚੱਲਣ ਲੱਗ ਗਿਆ ਉਸ ਟਾਈਮ ਤੇ ਉਹ ਪ੍ਰੋਸੈਸ ਕੀਤਾ ਜਾ ਸਕਦਾ। ਮੈਨੂੰ ਈਮੇਲ ਕਰ ਲਿਓ jpsinghattorney@gmail ਤੇ ਜਾਂ ਫੋਨ ਕਰ ਲਿਓ 9179154142 ਤੇ ਮੈਂ ਤੁਹਾਨੂੰ ਡਿਟੇਲ ਸਾਰਾ ਪ੍ਰੋਸੈਸ ਜਿਹੜਾ ਸਮਝਾ ਦਿਆਂਗਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰੀ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਸ ਲੈ ਕੇ। ਸਤਿ ਸ਼੍ਰੀ ਅਕਾਲ ਜੀ।
ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਿਊਯਾਰਕ ਐਂਡ ਕੈਲੀਫੋਰਨੀਆ ਇਮੀਗ੍ਰੇਸ਼ਨ ਡਿਪੋਰਟੇਸ਼ਨ ਡਿਫੈਂਸ ਅਪੀਲਸ ਫੈਮਿਲੀ ਲਾਅ ਅਤੇ ਬੈਂਕਰਪਸੀ ਲਈ ਸੰਪਰਕ ਕਰੋ more than 17 years of legal experience ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ